परम सम्मानयोग गुरु सवारियो, वाहिगुरू जी का खालसा, वाहिगुरू सिख मिशनरी कॉलेज लुधियाना वालों कल ਲਈ ऑनलाइन गुरमत क्लास SMC गुरमत क्लास USA। आप साਰਿਆਂ ਦਾ ਸਵਾਗਤ ਹੈ। ਸਾਰਿਆਂ ਨੂੰ ਜੀ ਆਇਆਂ। ਅੱਜ ਸਾਡੇ ਕਲਾਸ ਦਾ ਜੋ ਵਿਸ਼ਾ ਸਬਜੈਕਟ ਹੈ ਉਹ ਭਗਤ ਬਾਣੀ ਦੇ ਉਹ 94 ਸ਼ਬਦ, ਜਿਨ੍ਹਾਂ ਬਾਰੇ ਆਮ ਤੌਰ ਤੇ ਕੁਝ ਮਨੋਕਲਪਤ ਸਾਖੀਆਂ ਜਾਂ ਕੁਝ ਭੁਲੇਖੇ ਪਾਏ ਜਾਂਦੇ ਹਨ। ਉਹਨਾਂ ਦੀ 94 ਸ਼ਬਦਾਂ ਦੀ ਵਿਚਾਰ ਹਰ ਹਫ਼ਤੇ ਅਸੀਂ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ। ਆਸਾ ਰਾਗ ਦੇ ਸ਼ਬਦਾਂ ਦੀ, ਭਗਤ ਕਬੀਰ ਜੀ ਦੇ ਸ਼ਬਦਾਂ ਦੀ ਵਿਚਾਰ ਚੱਲ ਰਹੀ ਹੈ। ਅੱਜ ਦਾ ਜੋ ਸ਼ਬਦ ਆਪ ਜੀ ਦੀ ਸਕਰੀਨ ਦੇ ਸਾਹਮਣੇ ਹੈ, ਗगन नगर एक बूंद ना बरखै, नाद कहाँ जो समाना, पार ब्रह्म परमेश्वर माधो, परमहंस ले सिदाना, बाबा डोलते थे कहाँ गए, देही के संग रहते, सुरत माहे जो नृत्य करते, कथा वार्ता कहते। फिर हाउ दा हंक है, गगन नगर किहड़ा है, बूंदा किहड़ियां डिगणियां हन, बाबा किस लिए वरत्या गया, बोलन वाला कौन है, सुरत विच डांस किहड़ा, नाच किहड़ा हो रहा है। ये कुछ चीज़ां हैं जिहड़ियां इत्थे स्पष्टता मंगदियां हन। ये विचार अज साडे नाल सरदार मनमोहन सिंह जी पुंछ सांझी करनगे। विचारां तो पहलां असीं शब्द दा गायन भैन जी रंजीत कौर जी ने जो गायन किया है उन्हां पासों सरवण करते हाँ। उस तो बाद इसे शब्द के विचार वीर जी मनमोहन सिंह जी करनगे। वाहिगुरू जी का खालसा, वाहिगुरू जी की फतेह। गगन नगर एक बूंद न बरखे, नाद कहाँ जू समाना, पार ब्रह्म परमेश्वर माधो, परमहंस ले सिधाना, बाबा बोलते ते कहाँ गए, देही के संग रहते, सूरत माहे जो नृत्य करते, कथा वार्ता कहते। बाबा बोलते ते कहाँ गए, देही के संग रहते, सुरत माहे जो नृत्य करते, कथा वार्ता कहते। बजावन हारो कहाँ गयो, जिन्हें मंदिर कीना, साखी शब्द सूरत नहीं उपजै, खिंच तेज सब लीना, श्रवणन बिकर पए संग तेरे, इंद्री का बल थाका, चरण रहे कर टरक परे हैं, मुखों
ਨਾਨਕ ਸਹਿ ਬਾਤਾ। ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਨੇ ਪ੍ਰਮ ਤੇ। ਥਾਕਾ ਮਨ ਕੁੰਚਰ ਪੁਰ ਥਾਕਾ, ਤੇਜ ਸੂਤ ਤਰ ਰਮਤੇ। ਮ੍ਰਿਤਕ ਪਏ ਦਸੈ ਬੰਦ ਛੂਟੇ, ਮਿੱਤਰ ਪਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ। ਕਹਿਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਸਤਿਨਾਮ ਸ੍ਰੀ ਵਾਹਿਗੁਰੂ ਜੀਓ। ਸਨਮਾਨਯੋਗ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਵਡਭਾਗੀ ਜੀਵ ਹੋ ਜੋ ਕਿ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੁੜ ਕੇ ਆਪਣੇ ਜੀਵਨ ਦਾ ਕੁਝ ਕੁ ਸਮਾਂ ਜੋ ਹੈ ਲਾਹੇ ਵਿੱਚ ਲਾ ਰਹੇ ਹੋ। ਜੋ ਇੱਕ ਉਪਰਾਲਾ ਹੈ ਘਰ ਬੈਠੇ ਹੋਏ ਗੁਰਮਤਿ ਦੀ ਇਸ ਕਲਾਸ ਰਾਹੀਂ ਗੁਰਮਤਿ ਦੀ ਸਹੀ ਜਾਣਕਾਰੀ ਸਾਨੂੰ ਜੋ ਹੈ ਘਰ ਘਰ ਵਿੱਚ ਬੈਠੇ ਪ੍ਰਾਪਤ ਹੋ ਜਾਵੇ। ਸੋ ਗੁਰੂ ਪਿਆਰ ਵਾਲਿਓ, ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਜਿਸ ਦੀ ਵਿਚਾਰ ਦੀ ਸੇਵਾ ਦਾਸ ਨੂੰ ਬਖਸ਼ੀ ਗਈ। ਭਗਤ ਕਬੀਰ ਜੀ ਦਾ ਆਸਾ ਰਾਗ ਦੇ ਅੰਦਰ ਸ਼ਬਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 480 ਦੇ ਉੱਤੇ ਹੈ, ਜਿਸ ਨੂੰ ਬੜੀ ਮਿੱਠੀ ਸੁਰੀਲੀ ਆਵਾਜ਼ ਦੇ ਅੰਦਰ ਆਪ ਜੀ ਨੇ ਭੈਣ ਜੀ ਪਾਸੋਂ ਸਰਵਣ ਕੀਤਾ, ਜਿਹਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ। ਮਨੁੱਖ ਨੂੰ ਸਮਝਾਉਣ ਦਾ ਯਤਨ ਹੈ ਕਿ ਆ ਮਨੁੱਖ, ਤੇਰੇ ਮਨ ਦੇ ਜੋ ਫੁਰਨੇ ਹਨ, ਜੋ ਤੇਰੇ ਜੀਵਨ ਦੇ ਅੰਦਰ ਵਿਕਾਰ ਹਨ, ਜਦੋਂ ਤੂੰ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ ਤਾਂ ਉਹ ਤੇਰਾ ਜੀਵਨ ਜੋ ਹੈ ਪਾਕ ਤੇ ਸਾਫ਼ ਹੋ ਸਕਦਾ ਹੈ। ਸ਼ਬਦ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸੁਧਾਨਾ। ਬਾਬਾ ਬੋਲਤੇ ਤੇ ਕਹਾਂਗੇ, ਦੇਈ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਰਹਾਉ ਦੀਆਂ ਪੰਕਤੀਆਂ ਜੋ ਨੇ, ਬਾਬਾ ਬੋਲਤੇ ਤੇ ਕਹਾਂਗੇ, ਦੇਈ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਇਸ ਸ਼ਬਦ ਦੇ ਅੰਦਰ, ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ, ਹੇ ਬਾਬਾ, ਬਾਬਾ ਤੋਂ ਭਾਵ ਹੇ ਬਾਬਾ, ਹੇ ਭਾਈ। ਨਾਦ ਤੋਂ ਭਾਵ ਹੈ ਲੋਬਾਦਿਕ ਮਾਇਆ ਦੇ ਉਹ ਬੋਲ ਜਿਹੜੇ ਹਰ ਵੇਲੇ ਦੇਈ ਦੇ ਸੰਗ ਰਹਿੰਦੇ ਸਨ, ਤੇ ਜਿਹੜੇ ਹਰ ਵੇਲੇ ਮਨੁੱਖ ਦੇ ਅੰਦਰ ਹਉਮੈ ਨੂੰ ਭਰ ਰਹੇ ਸਨ, ਵਿਕਾਰਾਂ ਨੂੰ ਭਰ ਰਹੇ ਸਨ। ਤੇ ਭਗਤ ਜੀ ਕਹਿੰਦੇ ਨੇ, ਭਾਈ ਉਹ ਤੇਰੇ ਬੋਲ ਜੋ ਨੇ ਉਹ ਕਿੱਥੇ ਚਲੇ ਗਏ? ਤੇ ਇਸ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰਦੇ ਹਨ, ਹੈ ਭਾਈ, ਹਰ ਸਿਮਰਤ ਦੀ ਬਰਕਤ ਦੇ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਜਾਂਦੀ ਹੈ।
ਤਬਦੀਲੀ ਪੈਦਾ ਹੋ ਗਈ ਹੈ। ਜਿਹੜੇ ਜੀਵ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਵਿੱਚ ਲੱਗ ਜਾਂਦੇ ਹਨ, ਉਹਨਾਂ ਦੇ ਜੀਵਨ ਦੇ ਅੰਦਰ ਸਿਮਰਨ ਦੀ ਬਰਕਤ ਦੇ ਨਾਲ ਅਚਰਜ ਜੀ ਤਬਦੀਲੀ ਜੋ ਹੈ ਉਹ ਆ ਜਾਂਦੀ ਹੈ। ਤੇ ਫਿਰ ਉਹਦੇ ਅੰਦਰੋਂ ਉਹ ਜਿਹੜੇ ਬੋਲ ਬੁਲਾਰੇ ਸਨ, ਜਿਹੜੇ ਹਰ ਵੇਲੇ ਸਰੀਰ ਦੇ ਨਾਲ ਜੁੜੇ ਸਨ, ਜਿਨ੍ਹਾਂ ਦੇ ਅੰਦਰ ਕੇਵਲ ਤੇ ਕੇਵਲ ਵਿਕਾਰਾਂ ਦੀ ਬੋਝ ਸੀ, ਤੇ ਭਗਤ ਜੀ ਕਹਿੰਦੇ ਨੇ ਜੋ ਸਰੀਰ ਦੇ ਨਾਲ ਸਨ, ਸਰੀਰ ਦੇ ਨਾਲ ਹੀ ਸੰਬੰਧ ਰੱਖਦੇ ਸਨ, ਉਹ ਚਲੇ ਕਿੱਥੇ ਗਏ ਹਨ। ਗੁਰੂ ਪਿਆਰ ਵਾਲਿਓ, ਜਦੋਂ ਅਸੀਂ ਮਨੁੱਖ ਦੇ ਜੀਵਨ ਨੂੰ ਦੇਖਦੇ ਹਾਂ, ਦੋ ਕਿਸਮ ਦਾ ਜੀਵਨ ਜੋ ਹੈ ਸੰਸਾਰ ਦੇ ਵਿੱਚ ਹੈ। ਇੱਕ ਉਹ ਜੀਵਨ ਹੈ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਪ੍ਰਭੂ ਪਰਮਾਤਮਾ ਦੇ ਸਿਮਰਨ ਦੇ ਅੰਦਰ, ਭਗਤੀ ਦੇ ਅੰਦਰ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਕੇ, ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਕੇ ਕੋਈ ਜੀਵਨ ਜਿਉਂਦਾ ਹੈ। ਉਹ ਜੀਵਨ ਪਾਕ ਤੇ ਸਾਫ਼ ਹੈ। ਉਸ ਜੀਵਨ ਦੇ ਅੰਦਰ ਉਹ ਜੋ ਜੀਵਨ ਹੈ ਉਹਦੇ ਵਿੱਚ ਵਿਸ਼ੇ ਵਿਕਾਰਾਂ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਾਬੂ ਹੈ। ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਹੈ ਉਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਕਾਬੂ ਰਹਿੰਦਾ ਹੈ। ਅਤੇ ਜੋ ਗੁਰੂ ਦਾ ਦੱਸਿਆ ਹੋਇਆ ਮਾਰਗ ਹੈ, ਜੋ ਗੁਰੂ ਦਾ ਦੱਸਿਆ ਹੋਇਆ ਸਿਧਾਂਤ ਹੈ, ਉਹਦੇ ਅਨੁਸਾਰ ਉਹ ਵਿਅਕਤੀ ਜੀਵਨ ਜੀ ਰਿਹਾ ਹੁੰਦਾ। ਪਰ ਉਹ ਸੰਸਾਰ ਦੇ ਅੰਦਰ ਬੜੇ ਵਿਰਲੇ ਨੇ ਜਿਹੜੇ ਆਪਣੇ ਮਾਲਕ ਪ੍ਰਭੂ ਪਰਮਾਤਮਾ ਦੇ ਨਾਲ ਜੁੜ ਕੇ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਕੇ ਸਤਿਗੁਰੂ ਦੇ ਦੱਸੇ ਹੋਏ ਰਸਤੇ ਅਨੁਸਾਰ ਆਪਣੇ ਜੀਵਨ ਨੂੰ ਜਿਉਂਦੇ ਹਨ। ਤੇ ਉਹਨਾਂ ਦਾ ਜੋ ਮਨ ਹੈ ਉਹ ਕਾਬੂ 'ਚ ਰਹਿੰਦਾ ਹੈ। ਉਹਨਾਂ ਦੇ ਜੀਵਨ ਨੂੰ ਜੋ ਵਿਕਾਰ ਨੇ ਉਹ ਪਹੁ ਨਹੀਂ ਸਕਦੇ। ਉਹਨਾਂ ਦੇ ਜੀਵਨ ਦੇ ਅੰਦਰ ਹੰਕਾਰ ਨਹੀਂ, ਨਿਮਰਤਾ ਹੈ, ਈਰਖਾ ਨਹੀਂ, ਪਿਆਰ ਹੈ। ਉਹਨਾਂ ਦੇ ਜੀਵਨ ਦੇ ਅੰਦਰ ਮਨੁੱਖਤਾ ਦੇ ਭਲੇ ਦੀ ਗੱਲ ਹੈ। ਤੇ ਫਿਰ ਦੂਜਾ ਜੀਵਨ, ਜਿਹੜਾ ਜੀਵਨ ਪ੍ਰਭੂ ਪਰਮਾਤਮਾ ਤੋਂ ਟੁੱਟ ਕੇ ਜੀਵਿਆ ਜਾਂਦਾ ਹੈ, ਉਹਦੇ ਵਿੱਚ ਵਿਕਾਰ ਜੋ ਨੇ ਉਹ ਭਾਰੂ ਹੋ ਜਾਂਦੇ ਨੇ। ਉਦੋਂ ਜਿਹੜਾ ਕੋਈ ਵੀ ਵਿਅਕਤੀ ਹੈ ਉਹ ਆਪਣੀ ਮਨ ਦੀ ਮੱਤ ਪਿੱਛੇ ਚੱਲਦਾ ਹੈ, ਉਹਦੇ ਵਿੱਚ ਗੁਰੂ ਦੀ ਮੱਤ ਨਹੀਂ, ਜਿਹਦੇ ਕਾਰਨ ਉਹਦਾ ਜੀਵਨ ਜੋ ਹੈ ਵਿਸ਼ੇ ਵਿਕਾਰਾਂ ਵਾਲਾ ਜੀਵਨ ਬਣ ਜਾਂਦਾ ਹੈ। ਸਤਿਗੁਰੂ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਉਹ ਜਿਹੜਾ ਜੀਵਨ ਹੈ ਉਹ ਕਿਸ ਤਰ੍ਹਾਂ ਦਾ ਹੈ। ਉਹਦੇ ਅੰਦਰ ਜੋ ਵਿਕਾਰ ਨੇ ਉਹ ਭਾਰੂ ਹੋ ਜਾਂਦੇ ਨੇ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਦੇਈ ਗਾਵਾਂ ਜਿਉ ਧਰ ਮਹਿਤੋ ਬਸੇ ਪੰਜ ਕਿਰਸਾਨਾ, ਨੈਨੂ ਨਕਟੂ ਸ਼ਰਵਨੂ ਰਸਪਤ ਇੰਦਰੀ ਕਿਆ ਨਾ ਮਾਨਾ। ਕਿ ਜੋ ਜੀਵਨ ਹੈ ਉਹਦੇ ਅੰਦਰ ਕੇਵਲ ਵਿਕਾਰ ਨੇ, ਭਾਵੇਂ ਕਰਮ ਇੰਦਰੇ ਨੇ, ਭਾਵੇਂ ਗਿਆਨ ਇੰਦਰੇ ਨੇ, ਉਹ ਵਿਕਾਰਾਂ ਵਾਲੇ ਪਾਸੇ ਹੀ ਧਾਰੇ ਨੇ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਇਸ ਸਰੀਰ ਦੇ ਅੰਦਰ ਉਹ ਜਿਹੜੇ ਪੰਜ ਕਿਰਸਾਨ ਨੇ ਉਹ ਭਾਰੂ ਹੋ ਗਏ ਨੇ। ਤੇ ਫਿਰ ਅੱਖਾਂ, ਨੱਕ, ਕੰਨ, ਇੰਦਰੀਆਂ ਜੋ ਨੇ ਉਹ ਵਸ ਦੇ ਅੰਦਰ ਨਹੀਂ ਰਹਿੰਦੀਆਂ। ਤੇ ਜੀਵਨ ਜੋ ਹੈ, ਮਨ ਜੋ ਹੈ ਉਹ ਕਾਬੂ ਦੇ ਅੰਦਰ ਨਹੀਂ। ਤੇ ਮਨ ਦੇ ਅੰਦਰ ਹਰ ਵੇਲੇ ਵਿਕਾਰਾਂ ਦਾ ਤੂਫਾਨ ਜੋ ਹੈ ਚੜਿਆ ਰਹਿੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਉਸ ਜੀਵਨ ਦੇ ਅੰਦਰ ਨੇਤਰ ਜੋ ਨੇ ਉਹ ਵਿਕਾਰਾਂ ਦੇ ਨਾਲ ਲਬਰੇਜ ਨੇ, ਸੁੱਤੇ ਹੋਏ ਨੇ। ਕਿਹਦੇ ਅੰਦਰ? ਕਿ ਭਈ ਉੱਥੇ ਕੇਵਲ ਤੇ ਕੇਵਲ ਵਿਕਾਰ ਹੈ। ਜੇ ਕਦੇ ਉੱਥੇ ਕੰਨਾਂ ਦੀ ਗੱਲ ਕਰੀਏ, ਉਹ ਵੀ ਜੋ ਨੇ ਪ੍ਰਭੂ ਪਰਮਾਤਮਾ ਦੀ ਉਸਤਤ ਸੁਣਨ ਦੀ ਥਾਂ ਉਹ ਕੇਵਲ ਤੇ ਕੇਵਲ ਜੋ ਹੈ ਵਿਕਾਰਾਂ ਦੇ ਵਿੱਚ ਹੀ ਖਚਤ ਨੇ। ਜਾਂ ਤਾਂ ਕਿਸੇ ਦੀ ਨਿੰਦਿਆ ਸੁਣ ਰਹੇ ਨੇ, ਜਾਂ ਗੰਦਨ ਜੋ ਵੈਨ ਨੇ, ਭੈੜੇ ਜੋ ਗੀਤ ਨੇ ਉਹਨਾਂ ਨੂੰ ਗਾਈ ਜਾ ਰਹੇ ਨੇ, ਜਾਂ ਆਪਣੀ ਜੋ ਉਸਤਤ ਹੈ ਉਹਦੇ ਰਸ ਦੇ ਅੰਦਰ ਹੀ ਮਸਤ ਨੇ। ਤੇ ਸਤਿਗੁਰੂ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਜਿਹੜੀ ਰਸਨਾ ਹੈ ਉਹ ਵੀ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਪਦੀ। ਉਹ ਵੀ ਜੋ ਹੈ ਹਰ ਵੇਲੇ ਕਿਸੇ ਦੂਜੇ ਦੀ ਚੁਗਲੀ, ਬਖੀਲੀ, ਨਿੰਦਿਆ, ਭੈੜੇ ਬੋਲ ਬੋਲਣ ਦੇ ਵਿੱਚ ਖਚਤ ਰਹਿੰਦੀ। ਤੇ ਜੀਵਨ ਦੇ ਅੰਦਰ ਜੋ ਹੈ ਕੇਵਲ ਤੇ ਕੇਵਲ ਵਿਕਾਰ ਜੋ ਨੇ ਉਹ ਭਾਰੂ ਰਹਿੰਦੇ ਨੇ। ਤੇ ਸਤਿਗੁਰੂ ਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਨੈਨੂ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਭਗਤ ਜੀ ਕਹਿੰਦੇ ਨੇ ਇਸ ਗ੍ਰਹਿ ਦੇ ਅੰਦਰ, ਇਸ ਘਰ ਦੇ ਅੰਦਰ, ਸਰੀਰ ਰੂਪੀ ਘਰ ਦੇ ਅੰਦਰ ਕੋਈ ਜੇ ਕਦੇ ਜਾਗਦਾ ਹੁੰਦਾ ਤੇ ਫਿਰ ਉਹ ਜੋ ਸਾਰੀ ਆਤਮਿਕ ਜੀਵਨ ਦੀ ਜੋ ਪੂੰਜੀ ਸੀ ਉਸ ਨੂੰ ਗ੍ਰਹਿਣ ਕਰ ਲੈਂਦਾ, ਉਹਨੂੰ ਪਕੜ ਲੈਂਦਾ, ਉਹਨੂੰ ਲੈ ਲੈਂਦਾ। ਇੱਥੇ ਸਭ ਸੁੱਤੇ ਸਨ। ਰਸਨਾ ਜੋ ਸੀ ਉਹ ਮਿੱਠੇ ਲੋਭ ਤੇ ਸਵਾਦਾਂ ਦੇ ਅੰਦਰ ਸੁੱਤੀ ਹੋਈ ਹੈ। ਅੱਖਾਂ ਦੇ ਅੰਦਰ ਪਰਾਈ ਦ੍ਰਿਸ਼ਟ ਦਾ ਵਿਕਾਰ ਜੋ ਹੈ ਉਹ
ਹੈ ਉਹਦੇ ਕਾਰਨ ਇਹ ਸੁੱਤੀਆਂ ਨੇ। ਕੰਨ ਜੋ ਨੇ ਉਹ ਨਿੰਦਿਆ ਨੂੰ ਸੁਣ ਸੁਣ ਕੇ ਜੋ ਨੇ ਉਹ ਸੁੱਤੇ ਪਏ ਨੇ। ਤੇ ਫਿਰ ਮਨ ਜੋ ਹੈ ਮਾਇਆ ਦੇ ਅਸਚਰਜਤਾ ਹੈ ਉਹਦੇ ਅੰਦਰ ਮਨ ਜੋ ਹੈ ਸੁੱਤਾ ਪਿਆ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਗਲ ਸਹੇਲੀ ਆਪਣੇ ਰਸਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਇਹ ਆਮ ਮਨੁੱਖਾਂ ਦੀ ਗੱਲ ਹੈ ਜਿਹੜੇ ਪ੍ਰਮਾਤਮਾ ਦੇ ਨਾਲ ਟੁੱਟੇ ਨੇ ਤੇ ਪ੍ਰਮਾਤਮਾ ਦੇ ਨਾਲ ਟੁੱਟ ਕੇ ਜੀਵਨ ਬਤੀਤ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਸਾਰੇ ਗਿਆਨ ਇੰਦਰੇ ਜੋ ਨੇ ਉਹ ਸਾਰੇ ਦੇ ਸਾਰੇ ਆਪਣੇ ਆਪਣੇ ਰਸਾਂ ਦੇ ਅੰਦਰ ਮਸਤ ਨੇ। ਤੇ ਇਸ ਘਰ ਪਰ ਦੀ ਇਸ ਸਰੀਰ ਦੀ ਜਿਹੜੀ ਖਬਰ ਸੀ ਸੂਝ ਜਿਹੜੀ ਸੀ ਉਹ ਨਹੀਂ। ਮਾਰੇ ਬਖਸ਼ਿਸ਼ ਕਰਦੇ ਨੇ ਮੁਸਲਹਾਰ ਪੰਜ ਪਟਵਾਰੇ ਕਿ ਠੱਗਣ ਵਾਲੇ ਪੰਜ ਜੋ ਡਾਕੂ ਸਨ। ਤੇ ਫਿਰ ਖਾਲੀ ਘਰ ਦੇ ਅੰਦਰ ਕਿ ਜਿੱਥੇ ਗੁਰੂ ਦਾ ਜਸ ਨਹੀਂ, ਗੁਰੂ ਦਾ ਸ਼ਬਦ ਨਹੀਂ, ਪ੍ਰਮਾਤਮਾ ਦੀ ਭਗਤੀ ਨਹੀਂ, ਉਹ ਖਾਲੀ ਘਰ ਹੈ। ਸਿਮਰਨ ਤੋਂ ਖਾਲੀ ਘਰ ਦੇ ਅੰਦਰ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸੂਨੇ ਨਗਰ ਪਰੇ ਠੱਗ ਹਾਰੇ। ਉਸ ਸਰੀਰ ਘਰ ਦੇ ਵਿੱਚ ਠੱਗਾਂ ਨੇ ਕਬਜ਼ਾ ਕਰ ਲਿਆ, ਠੱਗਾਂ ਨੇ ਜੋ ਹੈ ਲੋਟੀ ਕਰ ਲਈ ਹੈ। ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ। ਸਤਿਗੁਰੂ ਕਹਿੰਦੇ ਨੇ ਉਹਨਾਂ ਤੋਂ ਕੋਈ ਬਚਾ ਨਹੀਂ ਸੀ ਸਕਦਾ। ਉਹਨਾਂ ਤੋਂ ਨਾ ਪਿਤਾ ਬਚਾ ਸਕਦਾ ਸੀ, ਨਾ ਮਾਂ ਬਚਾ ਸਕਦੀ ਸੀ, ਨਾ ਕੋਈ ਮਿੱਤਰ ਤੇ ਭਰਾ ਬਚਾ ਸਕਦਾ ਸੀ। ਦਰਬ ਸਿਆਨਪ ਨਾ ਉਹ ਰਹਤੇ, ਸਾਧ ਸੰਗ ਉਹ ਦੁਸ਼ਟ ਵਸ ਹੋਤੇ। ਸਤਿਗੁਰੂ ਕਹਿੰਦੇ ਭਈ ਕਿਤੇ ਮਾਇਆ ਦੇ ਜ਼ੋਰ ਦੇ ਨਾਲ, ਕਿਤੇ ਦਰਬ ਦੇ ਨਾਲ ਸਤਿਗੁਰੂ ਕਹਿੰਦੇ ਨੇ ਉਹ ਵਸ ਵਿੱਚ ਨਹੀਂ ਸਨ ਹੋ ਸਕਦੇ, ਕਿਤੇ ਸਿਆਣਪ ਦੇ ਨਾਲ ਉਹ ਵਸ ਵਿੱਚ ਨਹੀਂ ਸਨ ਹੋ ਸਕਦੇ। ਤੇ ਉਹਨਾਂ ਨੂੰ ਇੱਕੋ ਚੀਜ਼ ਕਾਬੂ ਕਰਦੀ ਸੀ। ਉਹ ਕਾਬੂ ਕਰਨ ਵਾਲੀ ਕਿਹੜੀ ਚੀਜ਼ ਸੀ? ਸਤਸੰਗਤ ਸੀ। ਜਦੋਂ ਕੋਈ ਸਤਸੰਗਤ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਤੇ ਸਤਿਗੁਰੂ ਕਹਿੰਦੇ ਕਿ ਫੇਰ ਤਾਂ ਗੱਲ ਬਣ ਸਕਦੀ ਸੀ, ਫੇਰ ਉਹਨਾਂ ਤੋਂ ਬਚਿਆ ਜਾ ਸਕਦਾ ਸੀ। ਲੇਕਿਨ ਬਹੁਤੀ ਜੋ ਲੋਕਾਈ ਹੈ ਉਹ ਮਨੁੱਖਤਾ ਦੇ ਅੰਦਰ ਸੰਸਾਰੀ ਹੋਣ ਦੇ ਨਾਤੇ ਕੇਵਲ ਤੇ ਕੇਵਲ ਜੀਵਨ ਦੇ ਵਿੱਚ ਵਿਕਾਰ ਹੀ ਵਿਕਾਰ ਜੋ ਨੇ ਉਹ ਭਾਰੂ ਹੋ ਜਾਂਦੇ ਨੇ। ਮਨ ਜੋ ਹੈ ਉਹ ਮਾਇਆ ਦੇ ਵਿੱਚ ਸੁੱਤਾ ਰਹਿੰਦਾ ਹੈ, ਮਨ ਕਾਬੂ ਦੇ ਵਿੱਚ ਨਹੀਂ ਰਹਿੰਦਾ। ਤੇ ਸਤਿਗੁਰੂ ਕਹਿੰਦੇ ਨੇ ਫਿਰ ਅਵਸਥਾ ਕੀ ਬਣ ਜਾਂਦੀ ਹੈ ਕਿ ਭਈ ਇਸ ਗੱਲ ਦਾ ਧਿਆਨ ਹੀ ਨਹੀਂ ਕਿ ਕੰਨਾਂ ਦੇ ਨਾਲ ਪ੍ਰਮਾਤਮਾ ਦੀ ਉਸਤਤ ਸੁਣਨੀ ਸੀ, ਇਸ ਗੱਲ ਦਾ ਧਿਆਨ ਹੀ ਨਹੀਂ ਕਿ ਰਸਨਾ ਦੇ ਨਾਲ ਪ੍ਰਭੂ ਪ੍ਰਮਾਤਮਾ ਦੀ ਉਸਤਤ ਕਰਨੀ ਸੀ। ਇਸ ਗੱਲ ਵਾਲੇ ਪਾਸੇ ਖਿਆਲ ਹੀ ਨਹੀਂ ਕਿ ਜਿੱਥੇ ਵੀ ਦੇਖਣਾ ਸੀ ਹਰ ਚੀਜ਼ ਦੇ ਅੰਦਰ ਪ੍ਰਭੂ ਪ੍ਰਮਾਤਮਾ ਨੂੰ ਦੇਖਣਾ ਸੀ। ਤੇ ਸਤਿਗੁਰੂ ਕਹਿੰਦੇ ਨੇ ਅਵਸਥਾ ਬਣ ਗਈ ਗੰਦਨ ਵੈਨ ਸੁਨੇ ਉਰਜਾਵੇਂ, ਨਾਮ ਲੈ ਅਲਕਾਇਆ। ਇੱਕੋ ਅਵਸਥਾ ਹੈ ਕਿ ਭੈੜੇ ਗੀਤ ਸੁਣ ਰਿਹਾ ਹੈ, ਉਹਨਾਂ ਵਿੱਚ ਖਚਤ ਹੈ ਤੇ ਮਾਰੇ ਬਖਸ਼ਿਸ਼ ਕਰਦੇ ਨੇ ਤੇ ਨਾਮ ਜਪਦਿਆਂ ਬੰਦਗੀ ਕਰਦਿਆਂ ਆਲਸ ਕਰਦਾ ਹੈ। ਨਿੰਦ ਚਿੰਦ ਕੋ ਬਹੁਤ ਉਮਾਇਓ, ਬੂਝੀ ਉਲਟਾਇਆ। ਸਤਿਗੁਰੂ ਕਹਿੰਦੇ ਨੇ ਭਾਈ ਦੂਜੇ ਦੀ ਨਿੰਦਿਆ ਕਰਨ ਵਾਸਤੇ ਬੜਾ ਚਾਉ ਚੜਦਾ ਹੈ। ਸਤਿਗੁਰੂ ਕਹਿੰਦੇ ਭਲਿਆ ਤੂੰ ਤਾਂ ਹਰ ਗੱਲ ਜੋ ਹੈ ਉਸ ਨੂੰ ਉਲਟੀ ਸਮਝ ਕੇ ਬੈਠ ਗਿਆ ਹੈ। ਜੋ ਚੀਜ਼ਾਂ ਜੋ ਤੇਰੀ ਆਤਮਿਕ ਤੌਰ ਦੇ ਉੱਤੇ ਤੇਰੀ ਆਤਮਾ ਨੂੰ ਕੰਗਾਲ ਕਰ ਰਹੀਆਂ ਨੇ, ਜਿਹੜੀਆਂ ਤੈਨੂੰ ਪ੍ਰਮਾਤਮਾ ਤੋਂ ਦੂਰ ਕਰ ਰਹੀਆਂ ਨੇ, ਜਿਨ੍ਹਾਂ ਦੇ ਕਾਰਨ ਆਤਮਿਕ ਮੌਤ ਮਰ ਰਿਹਾ ਹੈ, ਸਤਿਗੁਰੂ ਕਹਿੰਦੇ ਉਹਨਾਂ ਨੂੰ ਤੂੰ ਆਪਣਾ ਸਮਝ ਕੇ ਬੈਠਾ ਹੈ। ਅਵਸਥਾ ਇਹ ਹੋ ਗਈ ਪਰ ਤਨ ਪਰਤੀ ਨਿੰਦਾ, ਅਖਾਦ ਖਾਏ ਕਰਕਾਇਆ। ਪਰਾਏ ਤਨ ਵਿੱਚ ਜੋ ਹੈ ਖਚਤ ਹੈ, ਪਰਾਏ ਧਨ ਵਿੱਚ ਮਨੁੱਖ ਖਤਮ ਹੈ ਤੇ ਫਿਰ ਖਚਤ ਹੈ, ਪਰਾਈ ਨਿੰਦਾ ਵਿੱਚ ਫਸਿਆ ਹੈ। ਤੇ ਉਹ ਚੀਜ਼ਾਂ ਜੋ ਨਹੀਂ ਸਨ ਖਾਣੀਆਂ, ਭਾਵ ਜੋ ਨਹੀਂ ਸੀ ਕਰਨਾ, ਉਸੇ ਦੇ ਵਿੱਚ ਫਸਿਆ ਹੋਇਆ, ਹਲਕਿਆ ਹੋਇਆ ਹੈ। ਸਤਿਗੁਰੂ ਨੇ ਹਲਕਾਇਆ ਹੋਇਆ ਉਹਨਾਂ ਦੇ ਵਿੱਚ ਹੀ ਫਸਿਆ ਹੈ। ਤੇ ਮਾਰੇ ਬਖਸ਼ਿਸ਼ ਕਰਦੇ ਨੇ ਸਾਚ ਧਰਮ ਸਿਓ ਰੁਚ ਨਹੀਂ ਆਵੈ, ਸਤ ਸੁਣਤ ਛੁਹਾਇਆ। ਮਾਰੇ ਬਖਸ਼ਿਸ਼ ਕਰਦੇ ਨੇ ਕਿ ਭਾਈ ਸੱਚ ਧਰਮ ਜੋ ਹੈ ਪਰਮਾਤਮਾ ਦੀ ਬੰਦਗੀ, ਗੁਰੂ ਦੇ ਸ਼ਬਦ ਦੇ ਨਾਲ ਪਿਆਰ, ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ, ਸਤਿਗੁਰੂ ਕਹਿੰਦੇ ਇਹਦੇ ਵਿੱਚ ਇਹਦੀ ਰੁਚੀ ਨਹੀਂ ਬਣਦੀ, ਇਹਦੇ ਨਾਲ ਇਹਦਾ ਪਿਆਰ ਨਹੀਂ ਬਣਦਾ। ਤੇ ਕਰ ਕੀ ਰਿਹਾ ਹੈ? ਸਤਿਗੁਰੂ ਕਹਿੰਦੇ ਇਹਦੀ ਅਵਸਥਾ ਇਹ ਬਣ ਗਈ ਕਿ ਹਰ ਵੇਲੇ ਸੱਚ ਦੀ ਗੱਲ ਨੂੰ ਸੁਣ ਕੇ ਇਸ ਨੂੰ ਗੁੱਸਾ ਆਉਂਦਾ ਹੈ, ਇਸ ਨੂੰ ਰੋਹ ਆਉਂਦਾ ਹੈ। ਮਾਰੇ ਬਖਸ਼ਿਸ਼ ਕਰਦੇ ਨੇ ਇਹ ਵਿਕਾਰਾਂ ਦੇ ਕਾਰਨ ਖਚਤ ਮਨ ਬਸ ਵਿੱਚ ਨਹੀਂ, ਇਹ ਭਟਕ ਰਿਹਾ ਹੈ, ਕਦੀ ਇੱਧਰ ਕਦੀ ਉੱਧਰ। ਤੇ ਮਾਰੇ ਬਖਸ਼ਿਸ਼ ਕਰਦੇ ਨੇ ਬਾਣੀ ਦੇ ਅੰਦਰ ਸਮਝਾਉਂਦੇ ਨੇ ਮਾਈ ਮਨ ਮੇਰੋ ਬਸ ਨਾਏ, ਨਿਸ ਬਾਸਰ ਵਿਖਿਆਣ ਕੋ ਧਾਵਤ ਕਹਿ ਵੀ ਦਰੋਪ ਹੁੰਦਾ ਹੈ ਕਿ ਮਨ ਮੇਰਾ ਬਸ ਵਿੱਚ ਨਹੀਂ, ਦਿਨ ਤੇ ਰਾਤ ਹਰ ਵੇਲੇ ਵਿਸ਼ੇ ਵਿਕਾਰਾਂ ਵੱਲ ਦੌੜ ਰਿਹਾ ਹੈ। ਇਸ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕੇ, ਇਹ ਰੁਕ ਨਹੀਂ ਰਿਹਾ, ਕਿਉਂਕਿ ਗੁਰਬਾਣੀ ਨੇ ਇਸ ਮਨ ਨੂੰ ਜੋ ਹੈ ਕਿਤੇ ਪੰਛੀ ਦੇ ਨਾਲ ਤੁਲਨਾ ਦਿੱਤੀ,
ਕਿ ਜਿਵੇਂ ਪੰਛੀ ਇੱਕ ਥਾਂ ਦੇ ਉੱਤੇ ਟਿਕਦਾ ਨਹੀਂ, 10 ਦਿਸ਼ਾਵਾਂ ਵੱਲ ਦੌੜ ਰਿਹਾ ਹੈ। ਸਤਿਗੁਰੂ ਪਾਤਸ਼ਾਹ ਨੇ ਕਿਤੇ ਇਸ ਨੂੰ ਬਾਲਕ ਦੇ ਨਾਲ, ਬੱਚੇ ਦੇ ਨਾਲ ਤੁਲਨਾ ਦਿੱਤੀ ਕਿ ਜਿਵੇਂ ਬੱਚਾ ਇੱਕ ਥਾਂ ਦੇ ਉੱਤੇ ਟਿਕ ਕੇ ਨਹੀਂ ਬੈਠਦਾ, ਇਹ ਮਨ ਵੀ ਕਾਬੂ ਦੇ ਅੰਦਰ ਨਹੀਂ, ਇਹ ਮਨ ਜੋ ਹੈ ਵਸ ਵਿੱਚ ਨਹੀਂ। ਤੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਾਈ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿਸ ਗੱਲ ਦੀ ਭਗਤ ਜੀ ਵਿਚਾਰ ਦੇ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਸਭ ਉਲਟ ਹੋ ਗਿਆ, ਮਨ ਵਸ ਵਿੱਚ ਆ ਗਿਆ, ਵਿਸ਼ੇ ਵਿਕਾਰ ਜੋ ਨੇ ਉਹ ਕਾਬੂ ਵਿੱਚ ਹੋ ਗਏ। ਉਹ ਹੋਇਆ ਕਿਵੇਂ? ਮਾਰੇ ਕਹਿੰਦੇ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਬਾਣੀ ਦੇ ਅੰਦਰ ਸਤਿਗੁਰੂ ਸਮਝਾਉਂਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ, ਕਰ ਬੈਠੋ ਵਿਸਰਾਮ। ਕਹਿੰਦੇ ਨੇ ਕੇਵਲ ਇੱਕੋ ਚੀਜ਼ ਹੈ, ਇੱਕੋ ਢੰਗ ਹੈ ਜਿਸ ਦੇ ਨਾਲ ਮਨ ਵਿਸ਼ਰਾਮ ਕਰਕੇ ਬੈਠ ਸਕਦਾ ਹੈ। ਜਿੱਥੇ ਮਨ ਕਾਬੂ ਹੋ ਸਕਦਾ ਹੈ ਉਹ ਪ੍ਰਭੂ ਪਰਮਾਤਮਾ ਦਾ ਨਾਮ ਧਨ ਹੈ, ਉਹ ਸਿਮਰਨ ਦੀ ਬਰਕਤ ਹੈ ਜਿਹਦੇ ਨਾਲ ਇਹਦੀ ਭਟਕਣਾ ਮਿਟ ਜਾਂਦੀ ਹੈ। ਇਹ ਜੋ ਵਿਸ਼ੇ ਵਿਕਾਰਾਂ ਵਿੱਚ ਖਚਤ ਹੈ, ਇਹ ਜੋ ਕਦੀ ਅਹੰਕਾਰ ਦੀ ਟੀਸੀ ਦੇ ਉੱਤੇ ਪਹੁੰਚ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਵੈਰ ਵਿਰੋਧ ਦੇ ਨਾਲ ਭਰਿਆ ਹੈ, ਮਾਰੇ ਕਹਿੰਦੇ ਨੇ ਕੇਵਲ ਤੇ ਕੇਵਲ ਵਿਸ਼ਰਾਮ ਕਦੋਂ ਕਰਕੇ ਬੈਠਦਾ? ਇਹ ਜਦੋਂ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦੀ ਪ੍ਰਭੂ ਪਰਮਾਤਮਾ ਦੀ ਕਿਰਪਾ ਤੇ ਬਖਸ਼ਿਸ਼ ਹੋ ਜਾਵੇ ਤੇ ਫਿਰ ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ। ਕਿਰਪਾ ਦਾ ਪਾਤਰ ਮਨੁੱਖ ਕਿਵੇਂ ਬਣਦਾ ਹੈ? ਜਦੋਂ ਮਨੁੱਖ ਸੰਪੂਰਨ ਤੌਰ ਦੇ ਉੱਤੇ ਆਪਣੇ ਆਪ ਨੂੰ ਸਮਰਪਣ ਕਰਦਾ ਹੈ। ਪੂਰਨ ਤੌਰ ਦੇ ਉੱਤੇ ਜਦੋਂ ਸਮਰਪਣ ਕਰ ਜਾਵੇ ਤੇ ਸਤਿਗੁਰ ਕਹਿੰਦੇ ਨੇ ਉਸ ਵੇਲੇ ਇਹਦੇ ਉੱਤੇ ਗੁਰੂ ਦੀ ਕਿਰਪਾ ਬਣਦੀ ਹੈ। ਤੇ ਫਿਰ ਪੂਰਨ ਤੌਰ ਦੇ ਉੱਤੇ ਸਮਰਪਣ ਹੋਣਾ ਭਾਵ ਗੁਰੂ ਦੀ ਮੱਤ ਨੂੰ ਲੈਣਾ, ਗੁਰੂ ਦੀ ਮੱਤ ਨੂੰ ਗ੍ਰਹਿਣ ਕਰਨਾ। ਤੇ ਸਤਿਗੁਰ ਕਹਿੰਦੇ ਜਦੋਂ ਗੁਰੂ ਦੀ ਮੱਤ ਕੋਈ ਗ੍ਰਹਿਣ ਕਰ ਲਵੇ, ਜਿਸ ਨੂੰ ਗੁਰੂ ਦੀ ਮੱਤ ਆ ਜਾਵੇ, ਉਹਦੀ ਅਵਸਥਾ ਕੀ ਹੈ, ਉਹਦੀ ਨਿਸ਼ਾਨੀ ਕੀ ਹੈ? ਸਤਿਗੁਰ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਜਿਸ ਨੂੰ ਗੁਰੂ ਦੀ ਮੱਤ ਆ ਜਾਵੇ ਉਹ ਗੁਰੂ ਦੇ ਵਿੱਚ ਸਮਾ ਜਾਂਦਾ ਹੈ, ਉਹ ਗੁਰੂ ਦੇ ਵਿੱਚ ਇਕਮਿਕ ਹੋ ਜਾਂਦਾ ਹੈ। ਉਹ ਫਿਰ ਆਪਣੀ ਹੋਂਦ ਨੂੰ ਨਹੀਂ ਰੱਖਦਾ, ਉਹ ਗੁਰੂ ਦੇ ਅੱਗੇ ਅਕੜ ਅਕੜ ਕੇ ਨਹੀਂ ਬਹਿੰਦਾ, ਉਹ ਕਿਤੇ ਗੁਰੂ ਦਾ ਸ਼ਰੀਕ ਨਹੀਂ ਬਣਦਾ। ਸਤਿਗੁਰ ਕਹਿੰਦੇ ਉਹ ਗੁਰੂ ਦੇ ਵਿੱਚ ਸਮਾ ਜਾਂਦਾ। ਇਸ ਨੂੰ ਪੂਰਨ ਜੋ ਹੈ ਸੰਪੂਰਨ ਸਮਰਪਣ ਕਹਿੰਦੇ। ਜਦੋਂ ਕੋਈ ਸੰਪੂਰਨ ਤੌਰ ਦੇ ਉੱਤੇ ਸਮਰਪਣ ਹੋ ਜਾਵੇ ਫਿਰ ਉਹਦਾ ਜੀਵਨ ਜੋ ਹੈ ਉਹ ਤਬਦੀਲ ਹੋ ਜਾਂਦਾ ਹੈ, ਉਹ ਬਦਲੀ ਹੋ ਜਾਂਦਾ। ਜਿੱਥੇ ਅਹੰਕਾਰ ਸੀ ਉੱਥੇ ਨਿਮਰਤਾ ਆ ਜਾਂਦੀ, ਜਿੱਥੇ ਵੈਰ ਵਿਰੋਧ ਸੀ ਉੱਥੇ ਪਿਆਰ ਭਾਵਨਾ ਆ ਜਾਂਦੀ ਹੈ, ਜਿੱਥੇ ਮਨਮਤ ਸੀ ਉੱਥੇ ਗੁਰਮਤ ਆ ਜਾਂਦੀ ਹੈ। ਤੇ ਸਤਿਗੁਰ ਕਹਿੰਦੇ ਨੇ ਪੂਰਨ ਤੌਰ ਦੇ ਉੱਤੇ ਸਮਰਪਣ। ਦਸਮ ਪਾਤਸ਼ਾਹ ਦੇ ਵੇਲੇ ਅਸੀਂ ਇੱਕ ਸਾਖੀ ਸੁਣਦੇ ਹਾਂ ਕਿ ਸਤਿਗੁਰੂ ਆਪਣੀ ਮੌਜ ਦੇ ਅੰਦਰ ਬੈਠੇ ਨੇ। ਸਿੱਖਾਂ ਨੇ ਪੁੱਛਿਆ ਸਤਿਗੁਰੂ, ਬਾਣੀ ਦੇ ਅੰਦਰ ਰੋਜ਼ ਪੜ੍ਹਦੇ ਹਾਂ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ। ਸਤਿਗੁਰੂ ਪਾਤਸ਼ਾਹ ਕੋਈ ਇਹੋ ਜਿਹਾ ਸਿੱਖ ਹੋਵੇਗਾ ਜਿਹੜਾ ਪੂਰਨ ਤੌਰ ਦੇ ਉੱਤੇ ਤੁਸੀਂ ਸਮਰਪਣ ਹੋਵੇ ਗੁਰੂ ਨੂੰ, ਕੋਈ ਇਹੋ ਜਿਹੀ ਮਿਸਾਲ ਹੋਵੇ ਕਿ ਕੀ ਨਿਸ਼ਾਨੀ ਹੋਵੇਗੀ ਉਸ ਦੀ। ਤੇ ਇਤਿਹਾਸਕਾਰ ਦੱਸਦੇ ਨੇ ਕਿ ਸਤਿਗੁਰਾਂ ਨੇ ਪਾਣੀ ਦਾ ਲੋਟਾ ਮੰਗਵਾ ਲਿਆ ਤੇ ਫਿਰ ਕੁਝ ਪਤਾਸੇ ਮੰਗਵਾ ਲਏ। ਸਿੱਖ ਕੋਲ ਬੈਠੇ ਨੇ, ਸਤਿਗੁਰਾਂ ਨੇ ਕੁਝ ਕੰਕਰ ਮੰਗਵਾ ਲਏ, ਕੰਕਰ ਵੀ ਗਿਣਤੀ ਕਰਵਾਏ, ਪਤਾਸੇ ਵੀ ਗਿਣਤੀ ਕਰਵਾਏ, ਉਹ ਪਾਣੀ ਦੇ ਵਿੱਚ ਪਾ ਦਿੱਤੇ। ਥੋੜੀ ਦੇਰ ਦੇ ਬਾਅਦ ਸਿੱਖਾਂ ਦਾ ਫੇਰ ਸਵਾਲ, ਸਤਿਗੁਰੂ ਸੰਪੂਰਨ ਤੌਰ ਦੇ ਉੱਤੇ ਸਮਰਪਣ, ਸਤਿਗੁਰੂ ਦੇ ਵਿੱਚ ਸਮਾਇਆ ਹੋਇਆ ਸਿੱਖ ਕਿਉਂ ਜਿਹਾ? ਸਤਿਗੁਰਾਂ ਨੇ ਉਸ ਜਲ ਨੂੰ ਹਿਲਾ ਕੇ ਕਿਹਾ ਕਿ ਭਾਈ ਇਹਦੇ ਵਿੱਚੋਂ ਪਤਾਸੇ ਕੱਢੋ। ਸਿੱਖਾਂ ਨੇ ਹੱਥ ਮਾਰਿਆ, ਕਹਿਣ ਲੱਗੇ ਗੁਰੂ ਪਾਤਸ਼ਾਹ ਪਤਾਸੇ ਤਾਂ ਸਾਰੇ ਦੇ ਸਾਰੇ ਭੁੱਲ ਗਏ ਨੇ, ਪਾਣੀ ਦੇ ਵਿੱਚ ਮਿਲ ਗਏ ਨੇ। ਸਤਿਗੁਰ ਕਹਿੰਦੇ ਕੰਕਰ ਕੱਢ ਲਓ। ਤੇ ਜਦੋਂ ਕੰਕਰ ਕੱਢੇ ਗਏ, ਗਿਣਤੀ ਕੀਤੇ ਗਏ ਪੂਰੇ ਦੇ ਪੂਰੇ। ਸਤਿਗੁਰਾਂ ਨੇ ਇਸ ਦ੍ਰਿਸ਼ਟਾਂਤ ਦੇ ਨਾਲ, ਇਸ ਖੇਡ ਦੇ ਨਾਲ, ਇਸ ਇੱਕ ਤਰੀਕੇ ਦੇ ਨਾਲ ਸਿੱਖਾਂ ਨੂੰ ਸਮਝਾ ਦਿੱਤਾ ਕਿ ਜਿਵੇਂ ਪਤਾਸਿਆਂ ਨੇ ਆਪਣੀ ਹੋਂਦ ਜੋ ਸੀ ਉਹ ਸਮਰਪਣ ਕਰ ਦਿੱਤੀ ਪਾਣੀ ਦੇ ਵਿੱਚ, ਉਹ ਪਾਣੀ ਦਾ ਹਿੱਸਾ ਹੋ ਗਏ ਨੇ। ਇਸ ਤਰ੍ਹਾਂ ਪੂਰਨ ਤੌਰ ਦੇ ਉੱਤੇ ਜਿਹੜਾ ਗੁਰੂ ਨੂੰ ਸਮਰਪਣ ਹੈ ਉਹ ਗੁਰੂ ਦੇ ਵਿੱਚ ਸਮਾ ਜਾਂਦਾ ਹੈ, ਉਹ ਗੁਰੂ ਦਾ ਹਿੱਸਾ ਹੋ ਜਾਂਦਾ ਹੈ। ਉਹ ਗੁਰੂ ਤੋਂ ਵੱਖਰਾ ਨਹੀਂ, ਉਹਦੀ ਆਪਣੀ ਹੋਂਦ ਨਹੀਂ, ਉਹਦੇ ਅੰਦਰ ਕੇਵਲ ਤੇ ਕੇਵਲ ਗੁਰੂ ਦੀ ਮੱਤ ਹੈ, ਆਪਣੀ ਮੱਤ ਨਹੀਂ। ਤੇ ਦੂਜੇ ਪਾਸੇ ਇਹ ਕੰਕਰ ਜਿਨ੍ਹਾਂ ਨੇ ਆਪਣੀ ਹੋਂਦ ਨੂੰ ਜ਼ਿੰਦਾ ਰੱਖਿਆ, ਇਹ ਗੁਰੂ ਦੇ ਵਿੱਚ ਸਮਾ ਨਹੀਂ ਸਕੇ, ਜਲ ਵਿੱਚ ਸਮਾ ਨਹੀਂ ਸਕੇ। ਇਸੇ ਤਰੀਕੇ ਦੇ ਨਾਲ ਜਿਹੜੇ ਆਪਣੀ ਮੱਤ ਦੀ ਹੋਂਦ ਰੱਖਦੇ ਨੇ, ਆਪਣੀ ਹੋਂਦ ਰੱਖਦੇ ਨੇ, ਉਹ ਕਦੀ ਵੀ ਗੁਰੂ ਦੇ ਵਿੱਚ ਪੂਰਨ ਤੌਰ ਦੇ ਉੱਤੇ ਸਮਾ ਨਹੀਂ ਸਕਦੇ। ਤੇ ਮਾਰੇ ਕਹਿੰਦੇ ਨੇ ਪੂਰਨ ਸਮਰਪਣ ਚਾਹੀਦਾ ਹੈ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਉਹ ਗੁਰੂ ਦੇ ਵਿੱਚ ਸਮਾ ਜਾਵੇ। ਤੇ ਮਾਰੇ ਕਹਿੰਦੇ ਗੁਰਮੁਖ ਕਰਨੀ ਕਾਰ ਕਮਾਵੇ
ਤਾਂ ਇਸ ਮਨ ਕੀ ਸੋਝੀ ਪਾਵ। ਜਦੋਂ ਪੂਰਨ ਤੌਰ ਦੇ ਉੱਤੇ ਗੁਰੂ ਨੂੰ ਸਮਰਪਣ ਹੋ ਜਾਵੇਗਾ, ਗੁਰੂ ਉਸ ਨੂੰ ਕਰਨੀ ਕਾਰ ਸਮਝਾਵੇਗਾ, ਗੁਰੂ ਉਸ ਨੂੰ, ਗੁਰੂ ਦੀ ਮੱਤ ਜੋ ਹੈ ਜਦੋਂ ਬਖਸ਼ਿਸ਼ ਹੋਵੇਗੀ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਨੂੰ ਇਸ ਮਨ ਦੀ ਜੋ ਸੋਝੀ ਹੋ ਜਾਂਦੀ ਹੈ, ਜਦੋਂ ਮਨ ਦੀ ਸੋਝੀ ਹੁੰਦੀ ਹੈ ਫਿਰ ਅਰਦਾਸ ਕਰਦਾ ਹੈ, ਉਹਨੂੰ ਆਪਣੇ ਆਪ ਵਿੱਚ ਦਿਸਦਾ ਹੈ। ਦਿਸਦਾ ਕੀ ਹੈ? ਹਮ ਮੈਲ ਭਰੇ ਦੋਚਾਰੀਆ ਹਰ ਰਾਖੋ ਅੰਗੀ ਅੰਗ। ਇਹ ਸਤਿਗੁਰੂ ਪਾਤਸ਼ਾਹ ਅਸੀਂ ਮੰਦਕਰਮੀ ਹਾਂ, ਤੁਸੀਂ ਬਖਸ਼ਣ ਵਾਲੇ ਹੋ, ਤੁਸੀਂ ਅੰਗ ਪਾਲਣ ਵਾਲੇ ਪ੍ਰਭੂ, ਸਾਨੂੰ ਆਪਣੇ ਨਾਲ ਰੱਖ ਲਓ, ਮੈਨੂੰ ਆਪਣਾ ਹਿੱਸਾ ਬਣਾ ਲਓ। ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਠੇ ਕਿਲ ਵਿਖਪਾਨ। ਪਹਿਲਾਂ ਮਨੁੱਖ ਇਹ ਸਮਝੇ ਤਾਂ ਸਹੀ ਕਿ ਮੈਂ ਮੈਲ ਦੇ ਨਾਲ ਭਰਿਆ ਹਾਂ, ਮੇਰੇ ਮਨ ਦੇ ਉੱਤੇ ਵਿਕਾਰਾਂ ਦੀ ਮੈਲ ਹੈ। ਜਦੋਂ ਇਸ ਗੱਲ ਦੀ ਸੋਝੀ ਆ ਜਾਵੇ ਕਿ ਮੇਰੇ ਨੇਤਰਾਂ 'ਚ ਵਿਕਾਰ ਨੇ, ਮੇਰੇ ਕੰਨਾਂ 'ਚ ਵਿਕਾਰ ਨੇ, ਮੇਰੀ ਰਸਨਾ 'ਚ ਵਿਕਾਰ ਹੈ, ਮੇਰੇ ਹੱਥ ਭੈੜੇ ਕਰਮ ਕਰ ਰਹੇ ਨੇ, ਮੇਰੇ ਜੋ ਪੈਰ ਨੇ ਭੈੜੇ ਪਾਸੇ ਚੱਲਦੇ ਨੇ, ਹੱਥਾਂ ਨੇ ਸੇਵਾ ਕਰਨੀ ਸੀ ਉਹ ਕੀਤੀ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਦੋਂ ਇਹ ਉਸ ਨੂੰ ਸੋਚ ਬਣ ਜਾਵੇ, ਗੁਰ ਅੰਮ੍ਰਿਤ ਸਰ ਨਵਲਾਇਆ ਸਭ ਲਾਥੇ ਕਿਲ ਵਿਖਪਾਨ। ਜਦੋਂ ਗੁਰੂ ਨਾਮ ਬਖਸ਼ਿਸ਼ ਕਰ ਦੇਵੇ, ਆਤਮਿਕ ਜੀਵਨ ਦੇਣ ਵਾਲੇ ਨਾਮ ਸਰੋਵਰ ਦਾ ਜਲ ਬਖਸ਼ਿਸ਼ ਕਰ ਦੇਵੇ, ਇਹ ਸਾਫ਼ ਹੋ ਜਾਵੇ, ਪਾਕ ਹੋ ਜਾਵੇ, ਤੇ ਸਤਿਗੁਰੂ ਨੇ ਇਹਦੇ ਸਾਰੇ ਪਾਪ ਧੁਲ ਜਾਂਦੇ ਨੇ, ਇਹਦੇ ਸਾਰੇ ਵਿਕਾਰ ਇਹਦੇ ਤੋਂ ਦੂਰ ਹੋ ਜਾਂਦੇ ਨੇ। ਤੇ ਮਾਰੇ ਕਹਿੰਦੇ ਨੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਜਦੋਂ ਇਹ ਸੋਝੀ ਹੋ ਜਾਵੇ ਕਿ ਆ ਗੁਰੂ ਪਾਤਸ਼ਾਹ ਅਸੀਂ ਮੈਲੇ ਹਾਂ, ਤੁਸੀਂ ਉਜਲ ਕਰਨ ਵਾਲੇ, ਪਹਿਲਾਂ ਇਹ ਤਾਂ ਮਨ ਦੇ ਅੰਦਰ ਬਣੇ ਕਿ ਅਸੀਂ ਮੈਲ ਦੇ ਨਾਲ ਭਰੇ ਹੋਏ ਹਾਂ। ਤੇ ਜਦੋਂ ਇਸ ਨੂੰ ਸਮਝ ਆ ਜਾਵੇ ਕਿ ਤੁਸੀਂ ਹੀ ਗੁਨਾਹ ਦੇ ਖਜ਼ਾਨੇ ਹੋ, ਤੁਸੀਂ ਗੁਰੂ ਪਾਤਸ਼ਾਹ ਸਾਨੂੰ ਸਾਫ਼ ਕਰ ਸਕਦੇ ਹੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫਿਰ ਇਹਨੂੰ ਸੋਝੀ ਹੋ ਜਾਂਦੀ ਹੈ ਕਿ ਭਾਈ ਮੇਰੇ ਮਨ ਦੇ ਨਾਲ ਜੋ ਹੈ ਤ੍ਰਿਸ਼ਨਾ ਹੈ, ਮੇਰੇ ਮਨ ਦੇ ਨਾਲ ਵਿਕਾਰ ਨੇ, ਤੇ ਇਹਨਾਂ ਤੋਂ ਬਚਣ ਦੇ ਵਾਸਤੇ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੈ। ਤੇ ਫਿਰ ਇਹ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ, ਹੰਕਾਰ ਨਹੀਂ ਕਰਦਾ। ਫਿਰ ਇਹਦੇ ਕੋਲ ਅਰਦਾਸ ਬਣਦੀ ਹੈ, ਮੇਰੇ ਮੋਹਨ ਸ਼ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। हे ਮੇਰੇ ਮੋਹਨ ਪ੍ਰਮਾਤਮਾ, ਇਹੋ ਜਿਹੇ ਪ੍ਰਮਾਤਮਾ ਤੋਂ ਬੇਮੁਖ ਜੋ ਕਰਨ ਵਾਲੇ ਬੋਲ ਮੇਰੀ ਕੰਨੀ ਨਾ ਪੈਣ। ਸਤਿਗੁਰੂ ਬਖਸ਼ਿਸ਼ ਕਰਿਓ, ਮੇਰੇ ਕੰਨਾਂ ਦੇ ਵਿੱਚ ਜਦੋਂ ਵੀ ਪਵੇ ਪ੍ਰਭੂ ਪ੍ਰਮਾਤਮਾ ਤੁਹਾਡੀ ਉਸਤਤ ਪਵੇ, ਗੁਰੂ ਦਾ ਸ਼ਬਦ ਪਵੇ, ਉਹ ਜੋ ਗੀਤ ਨੇ, ਉਹ ਜੋ ਵੈਨ ਨੇ, ਉਹ ਜੋ ਬੋਲ ਨੇ ਜਿਹੜੇ ਮੈਨੂੰ ਪ੍ਰਮਾਤਮਾ ਤੋਂ ਦੂਰ ਲੈ ਜਾਣ, ਉਹ ਮੇਰੇ ਕੰਨਾਂ ਵਿੱਚ ਨਾ ਪਾਉਣ। ਸਾਕਤ ਮਨੁੱਖ ਜੋ ਵੀ ਗੰਧ ਤੇ ਗੀਤ ਗਾਉਂਦਾ ਹੈ, ਜੋ ਧੁਨੀਆਂ ਨੇ, ਸਤਿਗੁਰੂ ਕਹਿੰਦੇ ਨੇ ਉਹ ਸਾਰੇ ਆਤਮਿਕ ਜੀਵਨ ਨੂੰ ਬਰਬਾਦ ਕਰਨ ਵਾਲੇ ਨੇ। ਇਹ ਮਨੁਆ ਕਿਉਂ ਕਰ ਵਸਿਆ ਵੈ, ਗੁਰ ਪ੍ਰਸਾਦੀ ਠਾਕੀ ਹੈ, ਗਿਆਨ ਮਤੀ ਕਰ ਆਵੈ। ਸਤਿਗੁਰੂ ਕਹਿੰਦੇ ਭਈ ਇਹ ਮਨ ਵਸ ਵਿੱਚ ਕਿਵੇਂ ਆਵੇ? ਇਹ ਫਿਰ ਵਸ ਵਿੱਚ ਕਰਨ ਦੇ ਵਾਸਤੇ ਮਨੁੱਖ ਨੇ ਫਿਰ ਪੂਰਨ ਤੌਰ ਦੇ ਉੱਤੇ ਗੁਰੂ ਨੂੰ ਸਮਰਪਣ ਹੋ ਕੇ ਗੁਰੂ ਦੇ ਕੋਲੋਂ ਗਿਆਨ ਲੈਣਾ ਪੈਂਦਾ ਹੈ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਉਹ ਗਿਆਨ ਕਿਸ ਤਰ੍ਹਾਂ ਦਾ? ਉਹ ਫਿਰ ਇਹ ਅਰਦਾਸ ਕਰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜਿਉ ਭਾਵੈ ਤਿਉ ਮੋਹਿ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹਮ ਬਾਰਕ ਤੁਮ ਪਿਤਾ ਕਿਰਪਾਲ। ਪੂਰਨ ਤੌਰ ਦੇ ਉੱਤੇ ਸਰੈਂਡਰ ਕਿ ਸਤਿਗੁਰੂ ਜਿਵੇਂ ਤੁਹਾਨੂੰ ਭਾਉਂਦਾ ਉਸ ਤਰ੍ਹਾਂ ਬਚਾ ਲਓ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਸ ਤਰ੍ਹਾਂ ਰੱਖ ਲਓ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰੋ, ਕਿਰਪਾ ਕਰੋ, ਮੈਂ ਤੁਹਾਡੇ ਗੁਣ ਗਾਵਾਂ, ਮੈਂ ਬਾਣੀ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰਾਂ। ਤੇ ਸਤਿਗੁਰੂ ਕਹਿੰਦੇ ਨੇ ਇਹਨੂੰ ਗਿਆਨ ਹੋ ਜਾਂਦਾ ਹੈ, ਇੱਕੋ ਥਾਂ ਤੇ ਬਚ ਸਕਦਾ। ਉਹ ਥਾਂ ਕਿਹੜੀ ਹੈ? ਜਬ ਹੀ ਸ਼ਰਨ ਸਾਧ ਕੀ ਆਈ, ਦੁਰਮਤ ਸਗਲ ਵਿਨਾਸੀ। ਕਿ ਜਦੋਂ ਗੁਰੂ ਦੀ ਸੰਗਤ ਵਿੱਚ ਆਵਾਂਗਾ, ਜਦੋਂ ਸਤਸੰਗਤ ਵਿੱਚ ਆਵਾਂਗਾ, ਤੇ ਫਿਰ ਭੈੜੀ ਮਤ ਵਿਨਾਸ਼ ਹੋ ਜਾਂਦੀ। ਸਤਿਗੁਰੂ ਜੀ ਬਾਣੀ ਦੇ ਅੰਦਰ ਭਗਤ ਜੀ ਕਹਿ ਰਹੇ ਸਨ, ਬਾਬਾ ਬੋਲਤੇ ਤੇ ਕਹਾਂਗੇ ਦੇਹ ਕੇ ਸੰਗ ਰਹਤੇ। ਉਹ ਜਿਹੜੇ ਦੇਹ ਦੀ ਮੋਹ ਦੇ ਵਿੱਚ, ਸਰੀਰ ਦੇ ਮੋਹ ਵਿੱਚ ਫਸੇ ਹੋਏ ਬੋਲ ਸਨ, ਉਹ ਗਏ ਕਿੱਥੇ ਨੇ? ਉਹ ਬਦਲੀ ਕਿਵੇਂ ਹੋ ਗਏ? ਜਿਹੜੀ ਪੂਰੀ ਦੌੜ ਭੱਜ ਸਾਰੀ ਦੀ ਸਾਰੀ ਸਰੀਰ ਵਾਸਤੇ ਸੀ, ਜਿਨ੍ਹਾਂ ਦੇ ਕਾਰਨ ਨੇਤਰਾਂ ਦੇ ਵਿੱਚ ਵੀ ਵਿਕਾਰ ਸੀ, ਕੰਨਾਂ ਦੇ ਵਿੱਚ ਵੀ ਵਿਕਾਰ ਸੀ, ਹੱਥਾਂ ਦੇ ਵਿੱਚ ਵੀ ਜੋ ਸੀ ਉਹ ਸੇਵਾ ਨਹੀਂ ਸੀ, ਤੇ ਪੈਰ ਜੋ ਸਨ ਉਹ ਵੀ ਚੰਗੇ ਪਾਸੇ ਨਹੀਂ ਸਨ ਚੱਲਦੇ। ਜਿਹੜੇ ਦੂਤ ਸਨ ਉਹਨਾਂ ਨੇ ਕਬਜ਼ਾ ਕੀਤਾ ਸੀ, ਪੂਰਨ ਤੌਰ ਦੇ ਉੱਤੇ ਮਨ ਜੋ ਸੀ ਉਹ ਵਿਕਾਰੀ ਹੋ ਚੁੱਕਿਆ ਸੀ। ਤੇ ਫਿਰ ਉਹ ਗਏ ਕਿੱਥੇ ਨੇ? ਉਹ ਵਿਕਾਰ ਨਸੇ ਕਿਵੇਂ ਨੇ? ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਕੇਵਲ ਤੇ ਕੇਵਲ ਇਹਨੂੰ ਸੋਝੀ ਪੈ ਜਾਂਦੀ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਸ਼ਰਨ ਵਿੱਚ ਟੱਠਿਆਂ ਉਸ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ। ਅਸੀਂ ਭਗਤ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ, ਭਗਤ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਗੁੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਪਾਵੋ ਤੇ ਪਿੰਗਲ ਪਿਆ, ਮਾਰਿਆ ਸਤਿਗੁਰ ਬਾਣ। ਭਗਤ ਜੀ ਕਹਿੰਦੇ ਨੇ ਭਾਈ
ਜਦੋਂ ਗੁਰੂ ਦਾ ਤੀਰ ਲੱਗ ਜਾਵੇ, ਸ਼ਬਦ ਗੁਰੂ ਦਾ ਤੀਰ ਲੱਗ ਜਾਵੇ, ਫਿਰ ਇਹ ਜ਼ਬਾਨ ਜਿਹੜੀ ਵਿਕਾਰਾਂ ਦੇ ਨਾਲ ਖਚਤ ਸੀ, ਕਹਿੰਦੇ ਨੇ ਗੂੰਗੀ ਹੋ ਜਾਂਦੀ ਹੈ, ਭੈੜੇ ਬੋਲ ਬੋਲਣਾ ਬੰਦ ਕਰਦੀ, ਕੇਵਲ ਤੇ ਕੇਵਲ ਪ੍ਰਮਾਤਮਾ ਦੀ ਬੰਦਗੀ ਵਿੱਚ ਲੱਗ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਕੰਨ ਨੇ ਨਾ, ਉਹ ਬਹਿਰੇ ਹੋ ਜਾਂਦੇ ਨੇ, ਭੈੜੇ ਬੋਲ ਨਹੀਂ ਸੁਣਦੇ, ਕਿਸੇ ਦੀ ਨਿੰਦਿਆ ਨਹੀਂ ਸੁਣਦੇ, ਕਿਸੇ ਦੀ ਚੁਗਲੀ ਨਹੀਂ ਸੁਣਦੇ, ਉਹ ਕੇਵਲ ਤੇ ਕੇਵਲ ਫਿਰ ਗੁਰੂ ਦਾ ਸ਼ਬਦ ਸੁਣਦੇ ਨੇ, ਗੁਰੂ ਦਾ ਜਸ ਸੁਣਦੇ ਨੇ। ਤੇ ਫਿਰ ਜਿਹੜੇ ਪੈਰ ਨੇ ਉਹ ਭੈੜੇ ਪਾਸਿਓਂ ਚੱਲਣਾ ਬੰਦ ਹੋ ਜਾਂਦੇ। ਜਦੋਂ ਸਤਿਗੁਰੂ ਦਾ ਤੀਰ ਲੱਗਦਾ, ਦੁਨੀਆ ਦੇ ਅੰਦਰ ਕੋਈ ਵੀ ਸ਼ਿਕਾਰੀ ਜਦੋਂ ਸ਼ਿਕਾਰ ਕਰਦਾ ਹੈ, ਕਿਸੇ ਸ਼ਿਕਾਰ ਨੂੰ ਤੀਰ ਮਾਰਦਾ ਹੈ, ਤੇ ਉਹ ਸ਼ਿਕਾਰ ਤੀਰ ਨੂੰ ਲੈ ਕੇ ਦੂਜੇ ਪਾਸੇ ਵੱਲ ਦੌੜਦਾ ਹੈ। ਜਿੱਧਰੋਂ ਤੀਰ ਆਉਂਦਾ ਉਧਰ ਨਹੀਂ ਦੌੜਦਾ। ਪਰ ਸਤਿਗੁਰੂ ਦੀ ਤੀਰ ਦੀ ਕਮਾਲ ਹੈ ਕਿ ਜਦੋਂ ਸਤਿਗੁਰੂ ਦਾ ਤੀਰ ਵੱਜੇ ਤੇ ਫਿਰ ਜਿਹਨੂੰ ਲੱਗਦਾ ਹੈ ਉਹ ਗੁਰੂ ਵਾਲੇ ਪਾਸੇ ਚੱਲਦਾ, ਉਹ ਗੁਰੂ ਵਾਲੇ ਪਾਸੇ ਦੌੜਦਾ ਹੈ, ਕਿਉਂਕਿ ਇਹ ਤੀਰ ਉਸ ਨੂੰ ਆਤਮਿਕ ਜੀਵਨ ਦਿੰਦਾ ਹੈ। ਦੂਜੇ ਤੀਰ ਕਿਸੇ ਸ਼ਿਕਾਰੀ ਦੇ, ਕਿਸੇ ਵੀ ਸ਼ਿਕਾਰ ਨੂੰ ਉਹ ਜੋ ਹੈ ਸਰੀਰਕ ਮੌਤ ਦਿੰਦੇ ਨੇ, ਤੇ ਸਰੀਰ ਨਾਲ ਜੁੜਿਆ, ਸੰਸਾਰ ਨਾਲ ਜੁੜਿਆ ਸਰੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ। ਉਹ ਤੀਰ ਦੇ ਲੈ ਕੇ ਦੂਜੇ ਪਾਸੇ ਵੱਲ ਦੌੜਦਾ। ਲੇਕਿਨ ਗੁਰੂ ਦਾ ਤੀਰ ਆਤਮਿਕ ਜੀਵਨ ਦਿੰਦਾ ਹੈ, ਜਿਸ ਦੇ ਵਿੱਚ ਵੀ ਲਗੇ, ਜਿਹਨੂੰ ਖੁੱਭ ਜਾਵੇ ਅਨਿਆਲਾ ਤੀਰ, ਤੇ ਸਤਿਗੁਰੂ ਕਹਿੰਦੇ ਨੇ ਫੇਰ ਉਹ ਜਿੰਨੀ ਜ਼ੋਰ ਦਾ ਵੱਜਦਾ, ਉਨੇ ਜ਼ੋਰ ਦੇ ਨਾਲ ਖਿੱਚਿਆ ਹੋਇਆ ਉਹ ਜੋ ਪ੍ਰਾਣੀ ਹੈ ਉਹ ਗੁਰੂ ਵਾਲੇ ਪਾਸੇ ਚੱਲਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਫੇਰ ਜਦੋਂ ਗੁਰੂ ਦਾ ਤੀਰ ਵੱਜ ਗਿਆ, ਇਹ ਆਪਣੇ ਮਨ ਨੂੰ ਸਮਝਾਉਂਦਾ ਹੈ ਕਿ ਭਾਈ ਉਸਤਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਤੂੰ ਸਤ ਵਿਵਹਾਰ। ਜੋ ਗੱਲ ਭਗਤ ਜੀ ਸ਼ਬਦ ਦੇ ਅੰਦਰ ਸਮਝਾ ਰਹੇ ਨੇ ਨਾ, ਇਹ ਫਿਰ ਇਸ ਨੂੰ ਸੋਝੀ ਆ ਜਾਂਦੀ ਹੈ ਗੁਰੂ ਦੀ ਮੱਤ ਦੇ ਰਾਹੀਂ, ਗੁਰੂ ਦੇ ਸ਼ਬਦ ਦੇ ਰਾਹੀਂ, ਕਿ ਭਈ ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸੰਗ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪਿਆ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਤ। ਨਾਨਕ ਦਰਗਹਿ ਉਜਲ ਮਤ। ਸਤਿਗੁਰੂ ਪਾਤਸ਼ਾਹ ਇਸ ਸ਼ਬਦ ਦੇ ਅੰਦਰ, ਇਹਨਾਂ ਪ੍ਰਮਾਣਾਂ ਦੇ ਅੰਦਰ ਸਮਝਾਉਂਦੇ ਨੇ ਭਾਈ ਮਨ ਦੇ ਅੰਦਰ ਨਿਰੰਕਾਰ ਦੀ ਉਸਤਤ ਕਰ, ਆਪਣੇ ਆਪ ਤੇਰੇ ਗਿਆਨ ਇੰਦਰੇ, ਕਰਮ ਇੰਦਰੇ ਜੋ ਨੇ ਉਹ ਧਰਮ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਜਾਣ, ਵਿਕਾਰਾਂ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਣਗੇ, ਤੇ ਤੈਨੂੰ ਰੱਬੀ ਦਰਗਾਹ ਦੇ ਅੰਦਰ ਥਾਂ ਲੱਭੇਗੀ। ਮਾਰੇ ਕਹਿੰਦੇ ਫਿਰ ਜੀਵਨ ਦੇ ਅੰਦਰ ਬਦਲਾਅ ਆ ਜਾਂਦਾ। ਉਹ ਬਦਲਾਅ ਕਿਸ ਤਰ੍ਹਾਂ ਦਾ ਹੈ ਕਿ ਇੱਕਦਮ ਜੀਵਨ ਬਦਲੀ ਹੋ ਗਿਆ। ਜਦੋਂ ਪੂਰਨ ਤੌਰ ਦੇ ਉੱਤੇ ਸਮਰਪਣ ਹੋ ਗਿਆ, ਜਦੋਂ ਉਹਨੇ ਅਰਦਾਸ ਕੀਤੀ ਕਿ ਸਤਿਗੁਰੂ ਪਾਤਸ਼ਾਹ ਤੁਹਾਡੇ ਅਨਿਆਲੇ ਤੀਰ ਦੀ ਲੋੜ ਹੈ, ਤੇ ਜਦੋਂ ਤੀਰ ਵੱਜ ਗਿਆ ਤੇ ਸਤਿਗੁਰੂ ਕਹਿੰਦੇ ਫਿਰ ਬਦਲਾਅ ਆ ਗਿਆ। ਆਦਮ ਚੰਡਾਲੀ ਪਈ ਬ੍ਰਾਹਮਣੀ, ਸੂਦੀ ਤੇ ਸ੍ਰਿਸ਼ਟਾਈ ਰੇ। ਮਾਰੇ ਕਹਿੰਦੇ ਫਿਰ ਇਹ ਭਾਈ ਨਾਮ ਅੰਮ੍ਰਿਤ ਦੀ ਬਰਕਤ ਦੇ ਨਾਲ ਅਤ ਨੀਚ ਚੰਡਾਲਨ ਜਿਹੜੀ ਬਿਰਤੀ ਸੀ, ਜਿਹੜੀ ਸੁਰਤ ਸੀ, ਜਿਹੜੀ ਸੋਚ ਸੀ, ਮਾਨੋ ਉਹ ਬ੍ਰਾਹਮਣੀ ਤੇ ਉੱਤਮ ਬਣ ਗਈ, ਤੇ ਸ਼ੂਦਰਨੀ ਤੋਂ ਉੱਚੀ ਕੁਲ ਵਾਲੀ ਹੋ ਗਈ। ਸਤਿਗੁਰੂ ਜੋ ਨੀਚ ਮੱਤ ਸੀ, ਜਿਹੜੀ ਭੈੜੀ ਮੱਤ ਸੀ, ਉਹ ਹੁਣ ਪਾਕ ਤੇ ਸਾਫ਼ ਹੋ ਗਈ। ਪਾਤਾਲੀ ਆਕਾਸ਼ੀ ਸਖਣੀ, ਲੈਬਰ ਬੂਜੀ ਖਾਈ ਰੇ। ਮਾਰੇ ਕਹਿੰਦੇ ਨੇ ਭਾਈ ਸਖਣੀ ਤੋਂ ਭਾਵ ਖਾਲੀ, ਜਿਹੜੀ ਬਿਰਤੀ ਪਹਿਲਾਂ ਪਤਾਲ ਤੋਂ ਲੈ ਕੇ ਆਕਾਸ਼ ਤੱਕ ਦੁਨੀਆ ਦੇ ਸਾਰੇ ਪਦਾਰਥ ਲੈ ਕੇ ਵੀ ਭੁੱਖੀ ਸੀ, ਤ੍ਰਿਸ਼ਨਾ ਦੇ ਭਾਂਬੜ ਸਨ। ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤੋਖ ਨਹੀਂ ਸੀ, ਉਹ ਤ੍ਰਿਸ਼ਨਾ ਦੀ ਅੱਗ ਦੀ ਲਾਟ ਬੁਝ ਜਾਂਦੀ ਹੈ। ਘਰ ਕੀ ਬਿਲਾਈ ਅਵਰ ਸਿਖਾਈ, ਮੂਸਾ ਦੇਖ ਡਰਾਈ ਰੇ। ਸਤਿਗੁਰੂ ਕਹਿੰਦੇ ਫਿਰ ਸੱਚ ਇਹ ਹੋ ਗਿਆ ਕਿ ਜਿਸ ਮਨੁੱਖ ਨੂੰ ਗੁਰੂ ਨੇ ਨਾਮ ਅੰਮ੍ਰਿਤ ਪਿਲਾ ਦਿੱਤਾ, ਸੰਤੋਖਹੀਨ ਬਿਰਤੀ ਦੀ ਜੋ ਸੀ ਬਿੱਲੀ ਹੁਣ ਹਰ ਕਿਸਮ ਦੀ ਸਿੱਖਿਆ ਲੈਂਦੀ, ਤੇ ਹੋਰ ਕਿਸਮ ਦੀ ਸਿੱਖਿਆ ਲੈ ਕੇ ਦੁਨੀਆ ਦੇ ਪਦਾਰਥ ਰੂਪੀ ਚੂਹੇ ਨੂੰ ਦੇਖ ਕੇ ਇਹ ਸੰਗਦੀ ਹੈ। ਭਾਵ ਸੰਤੋਖ ਆ ਜਾਂਦਾ ਹੈ, ਲੋਭ ਜੀਵਨ ਚੋਂ ਖਤਮ ਹੋ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਉਸ ਵੇਲੇ ਅੱਜ ਕਹਿ ਵਸ ਗੁਰ ਕੀਨੋ ਕੇ ਹਰ ਕੂਕਰ ਤਿਨੇ ਲਗਾਈ ਰੇ। ਮਾਰੇ ਕਹਿੰਦੇ ਨੇ ਗੁਰੂ ਉਸ ਤੇ ਅਹੰਕਾਰ ਸ਼ੇਰ ਨੂੰ ਨਿਮਰਤਾ ਬੱਕਰੀ ਅਧੀਨ ਕਰ ਦਿੰਦਾ ਹੈ, ਅਤੇ ਫਿਰ ਉਹ ਜੀਵਨ ਜੋ ਹੈ ਨਿਮਰਤਾ ਭਰਿਆ ਜੀਵਨ ਹੋ ਜਾਂਦਾ। ਉਹ ਜੀਵਨ ਜੋ ਹੈ ਉਹ ਪਾਕ ਤੇ ਸਾਫ਼ ਜੀਵਨ ਹੋ ਜਾਂਦਾ ਹੈ। ਤੇ ਮਾਰੇ ਬਖਸ਼ਿਸ਼ ਕਰਦੇ ਨੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਜੀਵਨ ਹੈ ਉਹਦੇ ਅੰਦਰ ਬਦਲਾਅ ਆ ਗਿਆ। ਮਾਰੇ ਕਹਿੰਦੇ ਫਿਰ ਬਦਲਾਅ ਆ ਗਿਆ। ਮਾਇਆ ਦੇ ਜੋ ਉਹਦੇ ਉੱਤੇ ਗਲਬਾ ਸੀ, ਮਾਇਆ ਦਾ ਜੋ ਉਹਦੇ ਉੱਤੇ ਇੱਕ ਕਿਸਮ ਦਾ ਪੂਰਨ ਤੌਰ ਦੇ ਉੱਤੇ ਕਬਜ਼ਾ ਸੀ, ਮਾਇਆ ਵਸ ਹੋ ਕੇ ਜਿਹੜਾ ਮਨ ਜੋ ਸੀ
ਉਹ ਹੰਕਾਰੀ ਹੋਇਆ ਸੀ, ਵਿਕਾਰਾਂ ਨਾਲ ਖਚਤ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਜੀਵਨ ਦੇ ਅੰਦਰ ਬਦਲਾਅ ਆ ਗਿਆ। ਤੇ ਬਦਲਾਅ ਦਾ ਕਾਰਨ ਕੀ ਬਣਿਆ ਕਿ ਮਾਇਆ ਜੋ ਸੀ ਉਹ ਅਧੀਨ ਹੋ ਗਈ, ਵਸ ਹੋ ਗਈ। ਅਸੀਂ ਬਾਣੀ ਦੇ ਅੰਦਰ ਪੜ੍ਹਦੇ ਹਾਂ, ਸੁਹਾਗਣ ਕਿਰਪਨ ਕੀ ਪੂਤੀ, ਸੇਵਕ ਤਜ ਜਗਤ ਸੰਗ ਸੂਤੀ, ਸਾਧੂ ਕੈ ਠਾਡੀ ਦਰਬਾਰ, ਸ਼ਰਨ ਤੇਰੀ ਮੋਕੋ ਨਿਸਤਾਰ। ਉਹ ਮਾਇਆ ਜਿਹੜੀ ਠਗਣ ਵਾਲੀ ਸੀ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਹੱਥ ਜੋੜ ਕੇ ਖੜੋ ਜਾਂਦੀ ਹੈ। ਜੀਵਨ ਦੇ ਅੰਦਰ ਤਬਦੀਲੀ ਆ ਜਾਂਦੀ ਹੈ। ਪਾਸਾ ਜੋ ਸੀ ਪੂਰਨ ਤੌਰ ਦੇ ਉੱਤੇ ਪਲਟ ਗਿਆ ਤੇ ਜੀਵਨ ਜੋ ਸੀ ਉਹ ਵਿਕਾਰਾਂ ਦੇ ਵਾਲੇ ਪਾਸਿਓਂ ਨਿਕਲ ਕੇ, ਸੰਸਾਰ ਵਾਲੇ ਪਾਸਿਓਂ ਨਿਕਲ ਕੇ ਨਿਰੰਕਾਰ ਵਾਲੇ ਪਾਸੇ ਚੱਲ ਗਿਆ। ਤੇ ਸਤਿਗੁਰੂ ਪਾਤਸ਼ਾਹ ਦੇ ਇਸ ਸ਼ਬਦ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ, ਆਸਾ ਗगन नगर एक बूंद ना बरखै, नाद कहाँ जो समाना, पार ब्रह्म परमेश्वर माधो परम हंसले सिदाना। सतगुरु पातशाह इस पंक्ति के अंदर बख्शिश कर रहे ने, गगन नगर एक बूंद ना बरखै, नाद कहाँ जो समाना। गगन नगर, गगन तो भाव आकाश, चिदाकाश, चित्र रूप आकाश, ते गगन नगर तो भाव हो गया गगन रूप नगर, 10वें द्वार रूप, जिसनों वक-वक ना दिते गए ते जिहदा भाव गुरमत अनुसार दिमाग की गल है, सुरती की गल है। ते सतगुरु कहते एक बूंद तो भाव रत्ता पीनी, रत्ती भर। असीं आम करके कहते हैं कि तलाब के अंदर एक बूंद भी पानी नहीं, एक बूंद तो भाव बिल्कुल ही नहीं। ते नाद तो भाव आवाज, रोला, माया का वह रोला, लोभ का रोला जो चित्त विच लोबादिक माया का रोला सी। ते सतगुरु कहते ने कहाँ समाना, पता नहीं कित्थे लीन हो गया, कित्थे चला गया। ते ए तो भाव गगन नगर एक बूंद ना बरखै, नाद कहाँ जो समाना। हे बाबा, हे भाई, शरीरक मोह आदक दा ओ रोला कित्थे गया जो हर वेले तेरे मन विच टिकिया रहिंदा सी। हुण तां तेरे मन विच एक फुरना भी नहीं जो है उठदा। भाव कि जीवन जो मनुख का है वो हर वेले शरीर नाल जुड़िया होया। मैं, मेरा घर, मेरा परिवार, मेरी जमीन, मेरी जायदाद, मेरा शरीर, मैं सोना, मेरी धन दौलत, हर वेले जो फुरने, जो रोला इस शरीर दे नाल चंबड़िया सी। सतगुरु पातशाह दी बाणी दे अंदर सतगुरु कहंदे ने, हे बाबा, शरीरक मोह दा वो रोला कित्थे चला गया जिहड़ा हर वेले तेरे मन विच टिकिया रहिंदा सी। ते हर वेले तू उसे दे विच खचत सैं, उसदा तां हुण फुरना तक भी नहीं उठदा, वो तां हुण रत्ती भर भी नहीं। पार ब्रह्म परमेश्वर माधो परम हंस ले सिधाना। कमाल हो गई। जिहड़ा हंकार दीआं टीसियां दे उत्ते मन बैठा सी, जिहड़ा मन विकारां दे नाल खचत सी, जिहदे विच दवैश सी, जिहदे विच अपना ते पराया सी, जिहड़ा मनमत दे नाल पूर्ण तौर दे उत्ते भरिया सी। ते सतगुरु पातशाह कहते हैं जिहदे अंदर अपने जो मन के ख्यालों का उबाल सी, पातशाह कहते भाई वो गया कित्थे है। पार ब्रह्म परमेश्वर माधो परम हंस ले सिधाना। परम हंस तो पार सब तो उच्चा हंस, सब तो वड्डा पवित्र आत्मा परमात्मा। परम हंस तो पार परमात्मा सब तो उच्चा वड्डा ले समाना लैके चला गया। उस नाद नूं, उस रोले नूं, सारे दे सारे नूं वो प्रभु परमात्मा लैके चला गया। ते हुण उसकी मानो कि एक बूंद भी जो है उस नगर दे अंदर, सुरती दे अंदर नहीं लभदी। ये सब मेर उस परमात्मा परमेश्वर माधो परमहंस दी है, जिसने मन दे ये सारे मायक शोर नाश कर दिते हैं। पार ब्रह्म परमेश्वर माधो, माया दे ओ पति परमेश्वर पार ब्रह्म परमहंस जो सी, उसने वो सारा जो रोला सी, वो जिहड़ा शोर शराबा सी, वो देही दे नाल जो जुड़िया होया रोला रप्पा सी, सतगुर ने वो सारे का सारा बाहर कर दिया। हुण उत्थे देही नहीं, उत्थे शरीर नहीं, उत्थे संसार नहीं, उत्थे निरंकार है। उत्थे मेरा मेरा नहीं, उत्थे तू ही है। ते सतगुरु पातशाह कहंदे ने जदों अंदरों होम मुक गई, तू ही आ गई, ते समझो प्रभु परमात्मा पूर्ण तौर दे उत्ते उस सुरती दे विच, उस हिरदे दे विच वास कर चुकिया है। बाबा बोलते ते कहांगे, देई के संग रहते, सुरत माए जो नृत्य करते, कथा वार्ता कहते। बाबा तो भाव हे बाबा। ते फिर सतगुरु पातशाह कहंदे ने बाबा, हे भाई, बोलते नाद लोभदायक
ਮਾਇਆ ਦੇ ਉਹ ਬੋਲ ਕਹਾਂਗੇ ਕਿੱਥੇ ਚਲੇ ਗਏ। ਦੇਈ ਕੇ ਸੰਗ ਰਹਿਤੇ, ਜਿਹੜੇ ਹਰ ਵੇਲੇ ਸਰੀਰ ਦੇ ਨਾਲ ਹੀ ਸਨ, ਸਰੀਰ ਦੀਆਂ ਹੀ ਗੱਲਾਂ ਕਰਦੇ ਸਨ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਹੇ ਭਾਈ, ਹਰ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ, ਇੱਕ ਵੱਖਰੀ ਤਬਦੀਲੀ ਪੈਦਾ ਹੋ ਗਈ ਹੈ ਸਿਮਰਨ ਦੇ ਨਾਲ। ਤੇ ਤੇਰੇ ਉਹ ਬੋਲ ਬੁਲਾਰੇ ਜਿਹੜੇ ਹਰ ਵੇਲੇ ਸਰੀਰ ਸੰਬੰਧੀ ਹੀ ਰਹਿੰਦੇ ਸਨ, ਸਰੀਰ ਨਾਲ ਹੀ ਜੁੜੇ ਸਨ, ਉਹ ਸਾਰੇ ਬੋਲ ਬੁਲਾਰੇ ਚਲੇ ਕਿੱਥੇ ਗਏ? ਬਾਬਾ, ਬੋਲਤੇ ਤੇ ਕਹਾਂਗੇ ਦੇਈ ਕੇ ਸੰਗ ਰਹਿਤੇ। ਉਹਨਾਂ ਦੇ ਕੋਲ ਤਾਂ ਕੇਵਲ ਸਰੀਰ ਦੀ ਹੀ ਗੱਲ ਸੀ, ਕੇਵਲ ਸੰਸਾਰ ਦੀ ਹੀ ਗੱਲ ਸੀ, ਕੇਵਲ ਵਿਕਾਰ ਹੀ ਵਿਕਾਰ ਸਨ। ਲੇਕਿਨ ਹਰੀ ਸਿਮਰਨ ਦੀ ਬਰਕਤ ਦੇ ਨਾਲ ਜਦੋਂ ਜੀਵਨ ਦੇ ਅੰਦਰ ਇੱਕ ਤਬਦੀਲੀ ਆ ਗਈ ਤਾਂ ਉਹ ਬੋਲ ਗਏ ਕਿੱਥੇ ਨੇ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਜੋ ਤੋਂ ਭਾਵ ਜਿਹੜੇ ਬੋਲ ਫੁਰਨੇ, ਨਿਰਤੇ ਤੋਂ ਭਾਵ ਨਾਚ, ਤੇ ਜਿਹੜੇ ਨਿਰਤੇ ਕਰਤੇ ਮਾਇਆ ਦੇ ਉਹ ਫੁਰਨੇ ਜਿਹੜੇ ਹਰ ਵੇਲੇ ਉਸ ਮਤ ਦੇ ਅੰਦਰ, ਸੋਚ ਦੇ ਅੰਦਰ, ਮਨ ਦੇ ਅੰਦਰ ਨਾਚ ਕਰਦੇ ਸਨ। ਤੇ ਕਥਾ ਵਾਰਤਾ ਕਹਤੇ, ਜੋ ਨਿਰੇ ਮਾਇਆ ਦੇ ਹੀ ਬੋਲ ਬੁਲਾਰੇ ਸਨ, ਮਾਇਆ ਦੀਆਂ ਹੀ ਗੱਲਾਂ ਸਨ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਕਦੇ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਸਮਾਂ ਸੀ ਜਦੋਂ ਤੇਰੀਆਂ ਸਾਰੀਆਂ ਗੱਲਾਂ ਬਾਤਾਂ ਸਰੀਰ ਮੋਹ ਬਾਰੇ ਹੀ ਸਨ, ਸਰੀਰ ਦੀਆਂ ਹੀ ਗੱਲਾਂ ਸਨ, ਤੇ ਤੇਰੇ ਮਨ ਵਿੱਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ। ਉਹ ਸਾਰੇ ਦੇ ਸਾਰੇ ਸਤਿਗੁਰੂ ਕਹਿੰਦੇ ਨੇ ਅਲੋਪ ਹੋ ਗਏ ਨੇ। ਤੇ ਅਲੋਪ ਹੋਏ ਕਿਵੇਂ? ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਨਾਲ, ਉਹਦੇ ਸਿਮਰਨ ਦੀਆਂ ਬਰਕਤਾਂ ਦੇ ਨਾਲ। ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਅੱਗੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਬਜਾਵਣ ਹਾਰੋ ਕਹਾਂਗੇ ਉਹ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ। ਜਿਨ ਤੋਂ ਭਾਵ ਜਿਸ ਮਨ ਨੇ, ਮੰਦਰ ਤੋਂ ਭਾਵ ਮਾਂਦਲ ਤੇ ਢੋਲ, ਤੇ ਸਰੀਰਕ ਮੋਹ ਦੇਹ ਅਧਿਆਸ ਦਾ ਢੋਲ। ਬਜਾਵਣ ਹਾਰੋ, ਬਜਾਵਣ ਵਾਲਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਦੇ ਅੰਦਰ ਭਗਤ ਜੀ ਕਹਿੰਦੇ ਨੇ, ਪੁੱਛ ਰਹੇ ਨੇ, ਬਜਾਵਣ ਹਾਰੋ ਕਹਾਂਗੇ ਉਹ ਜਿਨ ਇਹ ਮੰਦਰ ਕੀਨਾ। ਸਰੀਰਕ ਮੋਹ ਦੇ ਉਹ ਫੁਰਨੇ ਜਿੱਥੇ ਹਰ ਵੇਲੇ ਕੇਵਲ ਸਰੀਰ ਦੀ ਗੱਲ ਸੀ, ਤੇ ਭਗਤ ਜੀ ਕਹਿੰਦੇ ਉਹ ਕਿੱਥੇ ਰਹਿ ਗਏ ਨੇ, ਕਿਹੜੇ ਪਾਸੇ ਚਲੇ ਗਏ ਨੇ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਢੋਲਕੀ ਜੋ ਸੀ ਉਹ ਬਣਾਈ ਹੋਈ ਸੀ, ਤੇ ਉਸ ਨੂੰ ਵਜਾ ਰਿਹਾ ਸੀ। ਤੇ ਉਸ ਦੀ ਆਵਾਜ਼ ਦੇ ਸਾਹਮਣੇ ਮਨੁੱਖ ਕੇਵਲ ਤੇ ਕੇਵਲ ਮਨ ਦੀ ਮੱਤ ਦੇ ਪਿੱਛੇ ਹੀ ਨੱਚ ਰਿਹਾ ਸੀ, ਵਿਕਾਰਾਂ ਦੀ ਵਿੱਚ ਹੀ ਖਚਤ ਤੇ ਗਲਤਾਨ ਸੀ। ਤੇ ਭਗਤ ਜੀ ਕਹਿੰਦੇ, ਮਾਇਕ ਮੋਹ ਦੀ ਢੋਲਕੀ ਵਜਾਉਣ ਵਾਲਾ ਉਹ ਮਨ ਹੀ ਕਿਤੇ ਅਲੋਪ ਹੋ ਗਿਆ। ਭਾਵ ਹੁਣ ਉਹ ਮਨ ਗੁਰੂ ਦੇ ਵਸ ਵਿੱਚ ਆ ਗਿਆ। ਹੁਣ ਉਹ ਮਨ ਜੋ ਹੈ ਉਹ ਕਾਬੂ ਵਿੱਚ ਆ ਗਿਆ। ਸਤ ਸੰਗਤ ਵਿੱਚ ਆ ਕੇ ਉਸ ਪ੍ਰਭੂ ਪਰਮਾਤਮਾ ਦੀ ਉਸਤਤ ਵਿੱਚ ਲੱਗ ਗਿਆ, ਸੇਵਾ ਵਿੱਚ ਲੱਗ ਗਿਆ, ਸਿਮਰਨ ਵਿੱਚ ਲੱਗ ਗਿਆ। ਇਹਦੇ ਵਿੱਚ ਸਿੱਧਕ ਆ ਗਿਆ, ਸਚਾਈ ਆ ਗਈ, ਸੰਜਮ ਆ ਗਿਆ, ਦਇਆ ਪਰਉਪਕਾਰ ਆ ਗਿਆ। ਤੇ ਜਿਹੜੇ ਭੈੜੇ ਉਹ ਵਿਕਾਰ ਸਨ, ਕਾਮ ਸੀ, ਕ੍ਰੋਧ, ਲੋਭ, ਮੋਹ, ਹੰਕਾਰ ਸੀ, ਈਰਖਾ ਸੀ, ਦਵੈਤ ਸੀ, ਨਿੰਦਿਆ ਸੀ, ਚੁਗਲੀ ਸੀ, ਬਖੀਲੀ ਸੀ, ਉਹ ਸਾਰੀ ਮੈਲ ਧੋਤੀ ਗਈ। ਮਨ ਜੋ ਹੈ ਹੁਣ ਗੁਰੂ ਦੀ ਸ਼ਰਨ ਵਿੱਚ ਹੈ, ਮਨ ਜੋ ਹੈ ਹੁਣ ਸ਼ਬਦ ਦੇ ਪਿੱਛੇ ਤੁਰ ਪਿਆ ਹੈ। ਹੁਣ ਇੱਥੇ ਮਨਮਤ ਦੀ ਥਾਂ ਗੁਰਮਤ ਹੋ ਗਈ। ਤੇ ਸਤਿਗੁਰੂ ਕਹਿੰਦੇ, ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ। ਸਰੀਰਕ ਮੋਹ ਦੀ ਕੋਈ ਗੱਲ, ਕੋਈ ਬੋਲ, ਕੋਈ ਫੁਰਨਾ, ਸਾਖੀ ਸ਼ਬਦ ਤੋਂ ਭਾਵ ਹੋ ਗਿਆ, ਸੁਰਤ ਤੋਂ ਭਾਵ ਕਿ ਸਰੀਰਕ ਮੋਹ ਦੀ ਕੋਈ ਗੱਲ, ਬੋਲ ਜਾਂ ਫੁਰਨਾ। ਤੇ ਤੇਜ ਤੋਂ ਭਾਵ ਉਸ ਬਜਾਵਣਹਾਰ ਮਨ ਦਾ ਤੇਜ ਪ੍ਰਤਾਪ ਜੋ ਉਸ ਦਾ ਇੱਕ ਗਲਬਾ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਖਿੰਚ ਲੀਨਾ ਤੋਂ ਭਾਵ ਖਿੰਚ ਲਿਆ, ਖਤਮ ਹੋ ਗਿਆ, ਉਹਨੂੰ ਜੋ ਹੈ ਅਧੀਨ ਕਰ ਲਿਆ। ਤੇ ਮਾਰੇ ਬਖਸ਼ਿਸ਼ ਕਰ ਰਹੇ ਨੇ ਭਗਤ ਜੀ, ਸਾਖੀ ਸ਼ਬਦ ਸੁਰਤ ਨਹੀਂ ਉਪਜੈ ਖਿੰਚ ਤੇਜ ਸਭ ਲੀਨਾ। ਪਾਰ ਬ੍ਰਹਮ ਪਰਮੇਸ਼ਰ ਨੇ ਮਨ ਦਾ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਪਹਿਲਾ ਜੋ ਤੇਜ ਪ੍ਰਤਾਪ ਸੀ ਉਹ ਖਿੱਚ ਲਿਆ। ਜਿਹੜਾ ਮਨ ਆਲਸ ਕਰਵਾ ਰਿਹਾ ਸੀ, ਉੱਠਣ ਨਹੀਂ ਸੀ ਦਿੰਦਾ, ਭਜਨ ਬੰਦਗੀ ਨਹੀਂ ਸੀ ਕਰਨ ਦਿੰਦਾ, ਧਰਮ ਵਾਲੇ ਪਾਸੇ ਚੱਲਣ ਨਹੀਂ ਸੀ ਦਿੰਦਾ, ਗੁਰੂ ਦੀ ਗੱਲ ਨੂੰ ਸੁਣਨ ਨਹੀਂ ਸੀ ਦਿੰਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਵਿਕਾਰਾਂ ਵਿੱਚ ਖਚਤ ਸੀ, ਨਿਰੰਕਾਰ ਵਾਲੇ ਪਾਸੇ ਨਹੀਂ ਸੀ ਚੱਲਣ ਦਿੰਦਾ। ਸਤਿਗੁਰੂ ਕਹਿੰਦੇ ਉਸ ਮਨ ਦਾ ਗਲਬਾ ਹਟ ਗਿਆ, ਉਸ ਦਾ ਸਾਰਾ ਪ੍ਰਤਾਪ ਖਿੱਚ ਲਿਆ ਹੈ ਉਸ ਪ੍ਰਭੂ ਪਰਮਾਤਮਾ ਪਰਮੇਸ਼ਰ ਨੇ। ਤੇ ਮਨ ਵਿੱਚ ਹੁਣ ਉਹ ਜੋ ਪਹਿਲੀ ਗੱਲ ਸੀ, ਜੋ ਪਹਿਲੇ ਬੋਲ ਸਨ, ਜੋ ਪਹਿਲਾ ਫੁਰਨਾ ਸੀ ਕੇਵਲ ਸਰੀਰ ਵਾਲਾ, ਉਹ ਨਹੀਂ ਰਿਹਾ। ਹੁਣ ਉਹ ਸੰਸਾਰ ਤੋਂ ਨਿਰੰਕਾਰ ਵਾਲੇ ਪਾਸੇ ਚੱਲ ਪਿਆ। ਹੁਣ ਸੰਸਾਰਕ
ਤੌਰ ਦੇ ਉੱਤੇ ਸੰਸਾਰਕ ਪਦਾਰਥਾਂ ਤੋਂ ਹਟ ਕੇ ਇਹ ਕੇਵਲ ਤੇ ਕੇਵਲ ਨਿਰੰਕਾਰ ਦੇ ਅਧੀਨ ਹੈ, ਨਿਰੰਕਾਰ ਦੇ ਨਾਲ ਜੁੜ ਗਿਆ ਹੈ। ਸ਼ਰਵਣਨ ਬਿਕਲ ਪਹਿ ਸੰਗ ਤੇਰੇ, ਇੰਦਰੀ ਕਾ ਬਲ ਥਾਕਾ, ਚੰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨ ਨਿਕਸੈ ਬਾਤਾ। ਮਾਰੇ ਬਖਸ਼ਿਸ਼ ਕਰਦੇ ਨੇ ਭਗਤ ਜੀ ਕਿ ਹੁਣ ਜਿਹੜੇ ਕੰਨ ਸਨ ਨਾ, ਤੇ ਸੰਗ ਤੋਂ ਭਾਵ ਹੈ ਦੇਹ ਦੇ ਸੰਗ। ਇਹ ਕੰਨ ਵੀ ਸਰੀਰਕ ਮੋਹ ਦੇ ਵਿੱਚ ਹੀ ਸਨ, ਇਹ ਦੇਹ ਅਭਿਆਸ ਦੇ ਨਾਲ ਹੀ ਸਨ। ਇਹ ਜਿਹੜੇ ਸਾਡੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਗਤ ਜੀ ਸਮਝਾਉਂਦੇ ਨੇ, ਸਾਡੀਆਂ ਜਿਹੜੀਆਂ ਇੰਦਰੀਆਂ ਸਨ ਇਹ ਪਹਿਲਾਂ ਬਲਵਾਨ ਸਨ, ਇਹਨਾਂ ਦੇ ਅਸੀਂ ਅਧੀਨ ਸਾਂ, ਇਹਨਾਂ ਦੇ ਵੱਸ ਵਿੱਚ ਸਾਂ, ਸਾਡਾ ਕੋਈ ਚਾਰਾ ਨਹੀਂ ਸੀ ਚੱਲ ਰਿਹਾ। ਤੇ ਵਿਕਲ ਤੋਂ ਭਾਵ ਹੈ ਵਿਆਕੁਲ। ਮਾਰੇ ਬਖਸ਼ਿਸ਼ ਕਰ ਰਹੇ ਨੇ, ਭਗਤ ਜੀ ਸਮਝਾ ਰਹੇ ਨੇ ਕਿ ਤੇਰੇ ਉਹ ਕੰਨ ਕਿੱਥੇ ਚਲੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਨ। ਭਲਿਆ ਜਿਹੜੇ ਕੰਨ ਪਹਿਲਾਂ ਕੇਵਲ ਸਰੀਰਕ ਮੋਹ ਵਿੱਚ ਸਨ, ਆਪਣੀ ਉਸਤਤ 'ਚ ਸੁਣਨਾ ਚਾਹੁੰਦੇ ਸਨ, ਆਪਣੇ ਘਰ ਪਰਿਵਾਰ ਦੀ ਉਸਤਤ ਸੁਣਨਾ ਚਾਹੁੰਦੇ ਸਨ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੇ ਤੇਰੇ ਕਿਸੇ ਵੈਰੀ ਦੀ ਤੂੰ ਨਿੰਦਿਆ ਸੁਣਨਾ ਚਾਹੁੰਦਾ ਸੈਂ, ਉਹ ਹੁਣ ਕੰਨ ਕਿੱਥੇ ਚਲੇ ਗਏ ਨੇ? ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿੱਚ ਫਸੇ ਹੋਏ ਸਨ, ਸਦਾ ਵਿਆਕੁਲ ਰਹਿੰਦੇ ਸਨ ਸਰੀਰਕ ਮੋਹ 'ਚ, ਤੇ ਤੇਰੀ ਕਾਮ ਚੇਸ਼ਟਾ ਦਾ ਜ਼ੋਰ ਵੀ ਜਿਹੜਾ ਹੈ ਉਹ ਹੁਣ ਰੁਕ ਗਿਆ। ਸਤਿਗੁਰੂ ਨੇ ਜਿਹੜੀਆਂ ਇੰਦਰੀਆਂ ਸਨ ਉਹਨਾਂ ਦਾ ਬਲ ਜੋ ਹੈ ਉਹ ਵੀ ਕਮਜ਼ੋਰ ਪੈ ਗਿਆ, ਉਹ ਵੀ ਥੱਕ ਗਈਆਂ ਨੇ ਕੇਵਲ ਤੇ ਕੇਵਲ ਗੁਰੂ ਦੇ ਸ਼ਬਦ ਦੇ ਨਾਲ, ਪ੍ਰਭੂ ਪਰਮਾਤਮਾ ਦੇ ਸਿਮਰਨ ਦੇ ਬਰਗਤ ਦੇ ਨਾਲ। ਚਰਨ ਰਹੇ ਕਰ ਢਰਕ ਪਰੇ ਹੈ, ਮੁਖੋਂ ਨਾ ਨਿਕਸੈ ਬਾਤਾ। ਤੇ ਭਗਤ ਜੀ ਕਹਿੰਦੇ ਨੇ ਪੈਰ ਜਿਹੜੇ ਪਹਿਲੇ ਦੇਹ ਦੇ ਸੰਗ ਸਨ, ਕੇਵਲ ਤੇ ਕੇਵਲ ਸੰਸਾਰ ਵਾਲੇ ਪਾਸੇ ਚੱਲਦੇ ਸਨ, ਕਹਿੰਦੇ ਨੇ ਹੁਣ ਧਰਮ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਗਏ, ਹੁਣ ਨਿਰੰਕਾਰ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਗਏ। ਤੇ ਹੱਥ ਜਿਹੜੇ ਨੇ ਉਹ ਵੀ ਭੈੜੇ ਕੰਮ ਕਰਨ ਤੋਂ ਕਮਜ਼ੋਰ ਹੋ ਗਏ, ਹੁਣ ਉਸ ਪਾਸਿਓਂ ਹਟ ਗਏ ਨੇ। ਹੁਣ ਉਹ ਹੱਥ ਜਿਹੜੇ ਪਹਿਲੇ ਸਰੀਰ ਦੇ ਵਾਸਤੇ ਸਨ, ਆਪਣੇ ਸਰੀਰ ਵਾਸਤੇ, ਉਹ ਹੁਣ ਮਨੁੱਖੀ ਸੇਵਾ 'ਚ ਲੱਗ ਗਏ ਨੇ। ਬਦਲਾਅ ਆ ਗਿਆ ਹੈ, ਉਹ ਹੁਣ ਗੁਰੂ ਵਾਲੇ ਪਾਸੇ ਹੋ ਗਏ ਨੇ। ਪਹਿਲਾਂ ਸੰਸਾਰ ਵਾਲੇ ਪਾਸੇ ਸਨ, ਹੁਣ ਨਿਰੰਕਾਰ ਵਾਲੇ ਪਾਸੇ ਨਿਕਲ ਗਏ। ਤੇ ਸਤਿਗੁਰੂ ਕਹਿੰਦੇ ਨੇ ਫੇਰ ਮੁਖ ਦੇ ਵਿੱਚੋਂ ਉਹ ਜੋ ਸਰੀਰਕ ਮੋਹ ਦੀਆਂ ਗੱਲਾਂ ਸਨ, ਉਹ ਕਹਾਣੀਆਂ ਸਨ, ਉਹ ਸਾਰੀਆਂ ਦੀਆਂ ਸਾਰੀਆਂ ਮੁੱਕ ਗਈਆਂ। ਹੁਣ ਜਿੱਥੇ ਵੀ ਬੈਠਦਾ ਹੈ ਨਿਰੰਕਾਰ ਦੀ ਗੱਲ ਕਰਦਾ, ਸਰੀਰ ਦੀ ਗੱਲ ਨਹੀਂ ਕਰਦਾ, ਉਸ ਪ੍ਰਭੂ ਪਰਮਾਤਮਾ ਦੀ ਉਸਤਤ ਕਰਦਾ ਹੈ, ਗੁਰਮਤਿ ਦੀ ਗੱਲ ਕਰਦਾ ਹੈ, ਗੁਰੂ ਦੀ ਗੱਲ ਕਰਦਾ ਹੈ। ਗੁਰੂ ਪਿਆਰ ਵਾਲਿਓ, ਅਸੀਂ ਅਰਦਾਸ ਦੇ ਵਿੱਚ ਬੇਨਤੀ ਕਰਦੇ ਹਾਂ, ਰੋਜ਼ ਬੇਨਤੀ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿਤ ਆਵੈ। ਇਹ ਸਾਡੀ ਅਰਦਾਸ ਦੇ ਬੋਲ ਨੇ। ਕੁਰਬਾਨ ਜਾਈਏ ਉਹਨਾਂ ਗੁਰਮੁਖਾਂ ਤੋਂ ਜਿਨ੍ਹਾਂ ਨੇ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਇਹ ਅਰਦਾਸ ਦਾ ਹਿੱਸਾ ਹੀ ਬਣਾ ਦਿੱਤਾ ਕਿ ਗੁਰਸਿੱਖਾ ਤੇਰਾ ਮੇਲ ਹੀ ਉਹਨਾਂ ਦੇ ਨਾਲ ਹੋਵੇ ਜਿਨ੍ਹਾਂ ਦੇ ਨਾਲ ਮਿਲਿਆ ਕੇਵਲ ਗੁਰੂ ਚਿਤ ਆਵੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੇ ਮਿਲਿਆ ਪ੍ਰਮਾਤਮਾ ਚਿਤ ਆਵੇ। ਤੇ ਮਾਰੇ ਕਹਿੰਦੇ ਨੇ ਹੁਣ ਚਰਨ ਜੋ ਨੇ ਉਹ ਰੁਕ ਗਏ ਨੇ ਭੈੜੇ ਪਾਸਿਓਂ ਜਾਣ ਤੋਂ, ਹੱਥ ਜੋ ਨੇ ਉਹ ਕਮਜ਼ੋਰ ਪੈ ਗਏ ਨੇ, ਭੈੜੇ ਕੰਮ ਨਹੀਂ ਕਰ ਰਹੇ, ਤੇ ਮੂੰਹ ਦੇ ਵਿੱਚੋਂ ਕੋਈ ਜੋ ਭੈੜੇ ਬੋਲ ਨਹੀਂ ਨਿਕਲ ਰਹੇ। ਉਹ ਜੋ ਸਰੀਰ ਵਾਸਤੇ ਪਹਿਲਾਂ ਕੰਮ ਕਰ ਰਹੇ ਸਨ, ਉਹ ਸਾਰੇ ਦੇ ਸਾਰੇ ਹੁਣ ਸੰਸਾਰ ਤੋਂ ਹਟ ਕੇ ਨਿਰੰਕਾਰ ਵਾਲੇ ਪਾਸੇ ਲੱਗ ਗਏ ਨੇ। ਤੇ ਭਗਤ ਜੀ ਫਿਰ ਬਖਸ਼ਿਸ਼ ਕਰਦੇ ਨੇ ਅੰਤਲੀਆਂ ਪੰਕਤੀਆਂ ਦੇ ਅੰਦਰ, ਥਾਕਾ ਮਨ ਕੁੰਚਰ ਉਰ ਥਾਕਾ, ਤੇਜ ਸੂਤ ਧਰ ਰਮਤੇ। ਕਹਿੰਦੇ ਨੇ ਹੁਣ ਕੁੰਚਰ ਤੋਂ ਭਾਵ ਹਾਥੀ, ਤੇ ਉਰ ਤੋਂ ਭਾਵ ਹਿਰਦਾ, ਤੇਜ ਸੂਤ ਧਾਰ ਤੋਂ, ਤੇ ਉਰ ਦਾ ਤੇਜ ਸੂਤ ਧਾਰਨ ਕਰ ਹੈ। ਸੂਤ ਤੋਂ ਭਾਵ ਹੁੰਦਾ ਧਾਗਾ, ਤੇ ਕਿਸੇ ਵੀ ਮਾਲਾ ਨੂੰ ਪਰੋ ਕੇ ਰੱਖਣ ਵਾਸਤੇ ਸੂਤ ਵਿੱਚੋਂ ਦੀ ਲੰਘਦਾ, ਉਹਦੇ ਮਣਕਿਆਂ ਨੂੰ ਜੋੜ ਕੇ ਰੱਖਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਰਮਤੇ ਤੋਂ ਭਾਵ ਦੌੜ ਭੱਜ ਕਰਨੀ। ਤੇ ਇਹ ਜਿਹੜੇ ਪੰਜ ਕਾਮਾਦਿਕ ਜਿਹੜੇ ਅੰਦਰ ਵੈਰੀ ਨੇ ਨਾ, ਸਤਿਗੁਰੂ ਕਹਿੰਦੇ ਦੌੜ ਭੱਜ ਵਿੱਚ ਲੱਗੇ ਰਹਿੰਦੇ ਸਨ। ਤੇ ਹੁਣ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਕਿ ਭਾਈ ਥਾਕਾ ਮਨ ਕੁੰਚਰ ਉਰ ਥਾਕਾ, ਤੇਜ ਸੂਤ ਧਰ ਰਮਤੇ। ਉਹ ਮਨ ਹਾਥੀ ਨਹੀਂ ਰਿਹਾ, ਹਾਥੀ ਵਰਗਾ ਮਨ ਜੋ ਸੀ, ਉਹ ਅਹੰਕਾਰੀ ਜੋ ਮਨ ਸੀ, ਉਹ ਹੁਣ ਨਿਮਰਤਾ 'ਚ ਆ ਗਿਆ। ਤੇ ਕਹਿੰਦੇ ਉਹ ਹਿਰਦਾ ਹੀ ਨਹੀਂ ਰਿਹਾ ਜਿਸ ਰਾਹੀਂ ਪੰਜੇ ਕਾਮਾਦਿਕ ਜਿਹੜੇ ਸਨ ਉਹ ਦੌੜ ਭੱਜ ਵਿੱਚ ਲੱਗੇ ਰਹਿੰਦੇ ਸਨ। ਕਿਉਂਕਿ ਹੁਣ ਪਲਟਾ ਲੱਗ ਚੁੱਕਿਆ ਹੈ, ਜੋ ਸੰਸਾਰ ਵਾਲੇ ਪਾਸਿਓਂ ਜੀਵਨ ਜੋ ਹੈ ਉਹ ਨਿਰੰਕਾਰ ਵਾਲੇ ਪਾਸੇ ਚੱਲ ਪਿਆ। ਤੇ ਸਤਿਗੁਰੂ ਕਹਿੰਦੇ ਜਦੋਂ ਨਿਰੰਕਾਰ ਵਾਲੇ ਪਾਸੇ ਚਲਿਆ ਤੇ ਫਿਰ ਉਹ ਜੋ ਵਿਸ਼ੇ ਵਿਕਾਰ ਨੇ ਉਹਨਾਂ ਤੋਂ ਜੀਵਨ ਜੋ ਹੈ ਪਾਕ ਤੇ ਸਾਫ਼ ਹੋ ਗਿਆ। ਮਿਰਤਕ ਪਹਿ ਦਸੈ ਬੰਦ ਛੂਟੇ, ਮਿੱਤਰ ਪਾਈ ਸਭ ਛੋਰੇ। ਮਿਰਤਕ ਤੋਂ ਭਾਵ ਮਰੇ ਹੋਏ ਸਰੀਰਕ ਮੋਹ ਵੱਲੋਂ ਜਿਹੜੇ ਮਰ ਚੁੱਕੇ ਨੇ। ਤੇ ਦਸੈ ਬੰਦ 10 ਇੰਦਰੀਆਂ, ਤੇ ਛੂਟੇ ਤੋਂ ਭਾਵ ਛੁੱਟ ਗਏ, ਢਿੱਲੇ ਪੈ ਗਏ ਹਨ, ਸਰੀਰਕ ਮੋਹ ਵਾਲੇ ਪਾਸਿਓਂ ਆਜ਼ਾਦ ਹੋ ਗਏ ਹਨ। ਮਿੱਤਰ ਭਾਈ, ਮਿੱਤਰ ਤੇ ਭਰਾ ਭਾਵ
ਉਹਨਾਂ ਇੰਦਰੀਆਂ ਦੇ ਆਸ਼ਾ ਤ੍ਰਿਸ਼ਨਾ ਵਗੈਰਾ, ਇਹ ਜੋ ਇਹਦੇ ਸਾਖ ਸੰਬੰਧੀ ਨੇ ਵਿਕਾਰ, ਇਹ ਸਾਰੇ। ਤੇ ਭਗਤ ਜੀ ਕਹਿ ਰਹੇ ਨੇ ਮ੍ਰਿਤਕ ਭੇ ਦਸੈ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ, ਕਿ ਹਰ ਸਿਮਰਨ ਦੀ ਬਰਕਤ ਨਾਲ ਤੇਰੇ ਦੱਸੇ ਹੀ ਇੰਦਰੇ ਸਰੀਰਕ ਮੋਹ ਵੱਲੋਂ ਮਰ ਚੁੱਕੇ ਹਨ, ਸਰੀਰਕ ਮੋਹ ਤੋਂ ਉੱਪਰ ਉੱਠ ਚੁੱਕੇ ਹਨ, ਤੇ ਕਹਿੰਦੇ ਨੇ ਆਜ਼ਾਦ ਹੋ ਗਏ ਹਨ। ਤੇ ਇਹਨਾਂ ਨੇ ਆਪਣੇ ਸਾਰੇ ਜਿਹੜੇ ਦੋਸਤ ਸੱਜਣ ਮਿੱਤਰ ਭਰਾ ਨੇ, ਉਹ ਸਾਰੇ ਦੇ ਸਾਰੇ ਆਸਾ ਤੇ ਤ੍ਰਿਸ਼ਨਾ ਜੋ ਹੈ ਇਹ ਛੱਡ ਦਿੱਤੇ ਹਨ। ਉਹਨਾਂ ਦੀ ਪਕੜ ਇਹਨਾਂ ਦੇ ਉੱਤੇ ਕਮਜ਼ੋਰ ਪੈ ਗਈ ਹੈ। ਹੁਣ ਇਹ ਗਿਆਨ ਇੰਦਰੇ ਤੇ ਕਰਮ ਇੰਦਰੇ ਉਸ ਪ੍ਰਭੂ ਪਰਮਾਤਮਾ ਵਾਲੇ ਪਾਸੇ ਚੱਲ ਪਏ ਹਨ, ਉਸ ਪ੍ਰਭੂ ਪਰਮਾਤਮਾ ਦੀ ਉਸਤਤ ਵਿੱਚ ਹਨ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋੜੈ। ਤੇ ਭਗਤ ਜੀ ਬਖਸ਼ਿਸ਼ ਕਰਦੇ ਨੇ, ਜੀਵਤ ਤੋਂ ਭਾਵ ਜਿਉਂਦਿਆਂ ਹੀ ਇਸੇ ਸਰੀਰ ਵਿੱਚ ਤੇ ਬੰਧਨ, ਸਰੀਰ ਦੇ ਮੋਹ ਦੇ ਜਿਹੜੇ ਬੰਧਨ ਨੇ। ਤੇ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਕਬੀਰ ਆਖਦਾ ਹੈ ਜੋ ਜੋ ਵੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ, ਉਹ ਜਿਉਂਦਾ ਹੀ ਦੁਨੀਆ ਦੀ ਕੀਰਤਕਾਰ ਕਰਦਾ ਹੋਇਆ ਹੀ ਇਸ ਤਰ੍ਹਾਂ ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ। ਭਾਵ ਸਰੀਰਕ ਮੋਹ ਦੇ ਬੰਧਨਾਂ ਨੂੰ ਤੋੜ ਕੇ ਜੀਵਨ ਮੁਕਤ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਦੱਸੇ ਆਸ਼ੇ ਅਨੁਸਾਰ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਕੇ, ਉਹਦਾ ਸਿਮਰਨ ਕਰਕੇ ਆਪਣੇ ਜੀਵਨ ਦੇ ਅੰਦਰ ਤਬਦੀਲੀ ਲੈ ਆਉਂਦਾ। ਤੇ ਸਤਿਗੁਰਾਂ ਨੇ ਫਿਰ ਵਿਕਾਰੀ ਜੋ ਮਨ ਹੈ ਉਹ ਨਿਰੰਕਾਰੀ ਮਨ ਬਣ ਜਾਂਦਾ। ਜਿਹੜੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਉਹ ਵਿਕਾਰ ਵਾਲੇ ਪਾਸਿਓਂ ਹਟ ਕੇ ਨਿਰੰਕਾਰ ਵਾਲੇ ਪਾਸੇ ਚੱਲ ਪੈਂਦੇ ਨੇ। ਤੇ ਫਿਰ ਜੀਵਨ ਦੇ ਅੰਦਰ ਜੋ ਹੈ ਆਤਮਿਕ ਸੁਖ, ਸਦੀਵੀ ਆਨੰਦ ਤੇ ਆਤਮਿਕ ਜੀਵਨ ਆ ਜਾਂਦਾ ਹੈ। ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਜੀਵਨ ਦਾ ਮਨੋਰਥ ਹੀ ਜੀਵਨ ਬੰਧਨ ਤੋਂ ਮੁਕਤ ਹੋਣਾ, ਜੀਵਤੀਆਂ ਮੁਕਤ ਹੋਣਾ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਆਤਮਿਕ ਹਿੱਤ ਵਾਲੀ ਗੱਲ ਸਮਝ ਕੇ ਗੁਰੂ ਦੀ ਉਸਤਤ ਕਰਦਾ ਹੈ, ਆਤਮਿਕ ਹਿੱਤ ਵਾਲੀ ਗੱਲ ਸਮਝ ਕੇ ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੇ ਗਿਆਨ ਅਨੁਸਾਰ ਆਪਣੇ ਜੀਵਨ ਨੂੰ ਜਿਉਂਦਾ ਹੈ, ਸਤਿਗੁਰੂ ਕਹਿੰਦੇ ਉਹ ਜੀਵਨ ਮੁਕਤ ਹੈ। ਉਸ ਨੂੰ ਜੀਵਨ ਮੁਕਤ ਕਿਹਾ ਜਾ ਸਕਦਾ ਹੈ। ਤੇ ਜਿਹੜੇ ਇਸ ਗੱਲ ਦੇ ਉੱਤੇ ਯਕੀਨ ਕਰ ਲੈਂਦੇ ਨੇ ਕਿ ਜੋ ਪ੍ਰਭੂ ਪਰਮਾਤਮਾ ਦੇ ਸਿਧਾਂਤ ਨੇ ਉਹੀ ਸਾਡੇ ਜੀਵਨ ਦਾ ਮਨੋਰਥ ਹੈ, ਆਪਣੇ ਗੁਰੂ ਦੀ ਉਸਤਤ, ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਨਾ, ਗੁਰੂ ਦੇ ਦੱਸੇ ਅਨੁਸਾਰ ਜੀਵਨ ਨੂੰ ਜੀ ਲੈਣਾ, ਉਹੀ ਸਾਡੇ ਜੀਵਨ ਦਾ ਮੁੱਖ ਮੰਤਵ ਤੇ ਮਨੋਰਥ ਹੈ। ਸਤਿਗੁਰੂ ਕਹਿੰਦੇ ਨੇ ਉਹ ਗੁਰੂ ਪ੍ਰਤੀ ਸਰੈਂਡਰ ਹੋ ਕੇ ਪੂਰਨ ਤੌਰ ਦੇ ਉੱਤੇ ਆਪਣਾ ਆਤਮਿਕ ਜੀਵਨ ਜੋ ਹੈ ਉਸ ਨੂੰ ਸਫਲ ਕਰ ਲੈਂਦੇ ਨੇ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਈ ਹੈ ਜੀਵਨ ਮੁਕਤ। ਉਸ ਨੂੰ ਜੀਵਨ ਮੁਕਤ ਸਮਝਿਆ ਜਾ ਸਕਦਾ ਹੈ। ਜੋ ਭਗਤ ਜੀ ਅੰਤਲੀਆਂ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰ ਰਹੇ ਸਨ, ਸਮਝਾ ਰਹੇ ਸਨ। ਮਿਰਤਕ ਪੇ ਦਸੈ ਬੰਦ ਛੂਟੇ, ਮਿੱਤਰ ਪਾਈ ਸਭ ਛੋਰੇ, ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਭਗਤ ਜੀ ਨੇ ਬਖਸ਼ਿਸ਼ ਕੀਤੀ, ਉਹ ਜੀਵਦਿਆਂ ਹੀ ਬੰਧਨ ਤੋੜ ਕੇ ਜੀਵਨ ਮੁਕਤ ਹੋ ਜਾਂਦਾ ਹੈ। ਪਰ ਪਹਿਲੀ ਅਵਸਥਾ ਇਹ ਹੈ ਕਿ ਉਹਦੀ ਗਗਨ ਨਗਰ ਦੇ ਅੰਦਰ, ਉਹਦੀ ਸੁਰਤੀ ਦੇ ਅੰਦਰ ਰੱਤਾ ਭਰ ਵੀ ਕਿਤੇ ਕੋਈ ਵਿਕਾਰ ਜੋ ਨੇ ਉਹ ਨਾ ਰਹਿਣ। ਉਹ ਪੂਰਨ ਤੌਰ ਦੇ ਉੱਤੇ ਆਪਣੀ ਮੱਤ ਨੂੰ ਸਾਫ਼ ਕਰ ਲਵੇ, ਗੁਰੂ ਦੇ ਸ਼ਬਦ ਦੇ ਨਾਲ ਉਹਦਾ ਪਾਰ ਉਤਾਰਾ ਹੋ ਜਾਂਦਾ ਹੈ, ਉਹ ਪ੍ਰਵਾਨ ਹੋ ਜਾਂਦਾ ਹੈ, ਉਸ ਦਾ ਆਇਆ ਸਫਲ ਹੋ ਜਾਂਦਾ ਹੈ। ਗੁਰੂ ਪਿਆਰ ਵਾਲਿਓ, ਸ਼ਬਦ ਦੀ ਵਿਚਾਰ ਕਰਦੇ ਹਾਂ, ਜ਼ਰੂਰ ਵੱਧ ਕਰ ਨਿਕਲੇ ਹੋਣਗੇ। ਬਾਣੀ ਅਥਾ ਸਮੁੰਦਰ ਹੈ, ਸਾਧ ਸੰਗਤ ਬਖਸ਼ਣ ਯੋਗ ਹੈ। ਆਸ ਹੈ ਖਿਮਾ ਕਰੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।